BTV ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸ਼ਵੀ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਅ ਵੈਰੀ ਗੁੱਡ ਮਾਰਨਿੰਗ ਜੀ। ਬ੍ਰਾਈਟ ਵੇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸਤੰਬਰ 12 2023 ਮੰਗਲਵਾਰ ਦੀ ਬਹੁਤ ਹੀ ਸੋਹਣੀ ਸਵੇਰ ਹੈ ਜੀ। ਬ੍ਰਾਈਟ ਐਂਡ ਬਿਊਟੀਫੁਲ ਮਾਰਨਿੰਗ ਦੇ ਵਿੱਚ ਹਮੇਸ਼ਾ ਦੀ ਹੀ ਤਰ੍ਹਾਂ ਅੱਜ ਵੀ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਸਾਥੀ ਹੋਸਟ ਔਰ ਸੀਨੀਅਰ ਪੱਤਰਕਾਰ ਸੁਰੀਤਮ ਸਿੰਘ ਰਾਏ ਸਾਹਿਬ ਗੁੱਡ ਮਾਰਨਿੰਗ ਜੀ, ਕੈਲਗਰੀ ਤੋਂ। ਗੁੱਡ ਮਾਰਨਿੰਗ ਜੀ ਸ਼ਵੀ ਜੀ, ਧੰਨਵਾਦ ਤੁਹਾਡਾ। ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ, ਸੁਣਨ ਵਾਲਿਆਂ ਨੂੰ ਤੇ ਦੇਖਣ ਵਾਲਿਆਂ ਨੂੰ। ਫਿਰ ਮੈਨੂੰ ਲੱਗਦਾ ਟਿਕਟ ਕਰਾ ਲਈਏ ਜਾਂ ਡਰਾਈਵ ਕਰਕੇ ਟਿਕਟ ਮੈਂ ਦੇਖਦਾ ਸ਼ਾਇਦ ਤੁਸੀਂ ਕਰਾ ਦਿਓ, ਪਰ ਮੈਂ ਤਾਂ ਡਰਾਈਵ ਕਰਕੇ ਹੀ ਆਉਂਗਾ ਜੇ ਟਿਕਟ ਨਾ ਹੋਈ। ਹਾਂ, ਡਰਾਈਵ ਕਹਿੰਦੇ ਨੇ ਬਹੁਤ ਸੋਹਣੀ ਹੈ ਉੱਥੋਂ। ਜੇ ਆਪਾਂ ਕੈਲਗਰੀ ਵੱਲ ਕਈ ਵਾਰੀ ਨਾ ਸ਼ਵੀ ਜੀ $50-60 ਆ ਜਿਹੜੇ ਲਾਉਣੇ ਨਾ ਟਿਕਟ ਤੇ, ਉਹ ਦਿਲ ਨਹੀਂ ਕਰਦਾ ਇੰਨੇ ਪੈਸੇ ਲਾਉਣ ਨੂੰ। ਅੱਛਾ, ਫਿਰ ਉਹ ਸੋਚੀਦਾ ਵੀ ਕਈ ਵਾਰੀ ਜੇ ਸ਼ਾਇਦ ਕੋਈ ਕਰਾ ਦੇਵੇ ਤਾਂ ਚੰਗੀ। ਵਾਹ ਨਹੀਂ, ਸਹੀ ਹੈ। ਤੁਸੀਂ ਇੱਥੇ ਆ ਜਾਓ, ਹੁਣ ਆਪਾਂ ਇਕੱਠੇ ਕਰਾਵਾਂਗੇ ਟਿਕਟ, ਤੁਸੀਂ ਕਰਾ ਕੇ ਦਿਓਗੇ, ਫਿਰ ਚੱਲਦੇ ਹਾਂ ਕਲੋਨਾ। ਚਲੋ ਠੀਕ ਹੈ, ਜ਼ਰੂਰ। ਸੋ ਚਲੋ ਤੁਸੀਂ ਇੱਥੇ ਪਹੁੰਚੋ। ਮੈਂ ਤਾਂ ਕਹਿੰਦਾ ਪਰ ਅੱਜ ਜਿਹੜਾ ਮੰਗਲਵਾਰ ਦਾ ਬਹੁਤ ਹੀ ਸੋਹਣਾ ਦਿਨ ਚੜਿਆ, ਇਸ ਦੇ ਵਿੱਚ ਤੁਹਾਡਾ ਆਈਡੀਆ ਬਹੁਤ ਵਧੀਆ। 4-5 ਦਿਨਾਂ ਬਾਅਦ ਕਹਿ ਦਿਆ ਕਰੋ ਹੁਣ ਤੁਸੀਂ ਚਲੇ ਜਾਓ, 4-5 ਦਿਨਾਂ ਬਾਅਦ ਫਿਰ ਕਹਿ ਦਿਆ ਕਰੋ ਆ ਜਾਓ। ਬਸ ਏਦਾਂ ਹੀ ਹੈ। ਹੁਣ ਮੈਂ ਤੁਹਾਡੀ ਹਾਂ ਚ ਹਾਂ ਮਿਲਾਇਆ ਕਰਨੀ, ਮੈਂ ਕਹੂੰਗਾ ਮੈਂ ਹੀ ਕਿਹਾ, ਉਹ ਜ਼ਿਆਦਾ ਵਧੀਆ। ਠੀਕ। ਸੋ ਭਾਜੀ, ਅੱਜ ਦਾ ਜਿਹੜਾ ਮੋਟੀਵੇਸ਼ਨਲ ਥਾਟ ਹੈ ਉਹ ਕੀ ਲੈ ਕੇ ਆਏ ਹੋ ਸਾਡੇ ਲਈ? ਮੋਟੀਵੇਸ਼ਨਲ ਥਾਟ ਜੀ, ਮੰਗਲਵਾਰ ਦੀ ਸਵੇਰ। ਹਾਂਜੀ, ਉਹ ਕਹਿੰਦਾ ਜੀ ਰਿਸ਼ਤੇ ਦੀ ਕਦਰ, ਰਿਸ਼ਤੇ ਦੀ ਕਦਰ ਤੇ ਪੈਸੇ ਦੀ ਕਦਰ। ਹਾਂਜੀ, ਅੱਛਾ, ਦੋਨੋਂ ਹੀ ਹੈ ਨਾ ਜਿਹੜੀ ਕਰਨੀ ਚਾਹੀਦੀ ਹੈ। ਰਿਸ਼ਤੇ ਦੀ ਵੀ ਕਦਰ ਕਰਨੀ ਚਾਹੀਦੀ, ਪੈਸੇ ਦੀ ਵੀ ਕਦਰ ਕਰਨੀ ਚਾਹੀਦੀ ਹੈ। ਦੋਨਾਂ ਨੂੰ ਕਮਾਉਣ ਵਾਸਤੇ ਬਹੁਤ ਕੰਮ ਕਰਨਾ ਪੈਂਦਾ। ਕਿਆ ਬਾਤ ਹੈ, ਕਿਆ ਬਾਤ ਹੈ। ਮਤਲਬ ਹੁਣ ਲੋਕਾਂ ਨੂੰ ਸਮਝਾਉਣ ਲਈ ਆਪਾਂ ਪੈਸੇ ਨਾਲ ਵੀ ਹੁਣ ਤੇ ਦੋਨਾਂ ਨੂੰ ਗਵਾਉਣ ਵਾਸਤੇ ਤਾਂ ਟਾਈਮ ਹੀ ਨਹੀਂ ਲੱਗਦਾ। ਬਿਲਕੁਲ, ਉਹ ਤਾਂ ਤੁਸੀਂ ਜਦੋਂ ਮਰਜੀ, ਜੇ ਰਿਸ਼ਤਾ ਤੋੜਨਾ ਉਹ ਵੀ ਤੁਸੀਂ ਜਦੋਂ ਮਰਜੀ ਤੋੜ ਦਿਓ ਜੀ। ਜੇ ਪੈਸੇ ਗਵਾਉਣੇ ਆ ਤਾਂ ਉਹ ਵੀ ਜਦੋਂ ਮਰਜੀ ਤੁਸੀਂ ਖਰਚ ਦਿਓ। ਪਰ ਕਮਾਉਣ ਨੂੰ ਬਹੁਤ ਟਾਈਮ ਲੱਗਦਾ। ਕਮਾਉਣ ਨੂੰ ਬਹੁਤ ਟਾਈਮ ਲੱਗਦਾ ਜੀ। ਗਵਾਉਣ ਨੂੰ ਤਾਂ ਬਹੁਤ 1 ਸੈਕਿੰਡ ਲੱਗਦਾ ਮੈਨੂੰ ਲੱਗਦਾ, ਪਰ ਕਮਾਉਣ ਨੂੰ ਬਹੁਤ ਟਾਈਮ ਲੱਗਦਾ ਜੀ। ਬਹੁਤ ਸਹੀ ਗੱਲ ਹੈ। ਜੇ ਮੈਨੂੰ ਲੱਗਦਾ ਰਿਸ਼ਤਿਆਂ ਦੀ ਅਹਿਮੀਅਤ ਜਿਹੜੀ ਹੈ ਉਹ ਪੈਸੇ ਦੀ ਅਹਿਮੀਅਤ ਵਰਗੀ ਅਸੀਂ ਕਰਨੀ ਸ਼ੁਰੂ ਕਰ ਦਈਏ ਤੇ ਸ਼ਾਇਦ ਜਿਵੇਂ ਅਸੀਂ ਪੈਸੇ ਸੰਭਾਲ ਲੈਂਦੇ ਹਾਂ ਉਦਾਂ ਰਿਸ਼ਤਿਆਂ ਨੂੰ ਵੀ ਸੰਭਾਲ ਕੇ ਰੱਖਾਂਗੇ। ਬਿਲਕੁਲ ਜੀ, ਬਿਲਕੁਲ। ਚਿੱਲਰ ਕਰਕੇ ਹੀ ਸਹੀ, ਬਟ ਰਿਸ਼ਤਿਆਂ ਨੂੰ ਆਪਣੇ ਨਾਲ ਰੱਖੋ ਵਧੀਆ ਤਰੀਕੇ ਨਾਲ। ਬਿਲਕੁਲ ਸ਼ਬੀ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਮੋਟੀਵੇਸ਼ਨਲ ਥਾਟ ਦੇ ਨਾਲ ਕੀਤੀ ਤੁਸੀਂ ਸ਼ੁਰੂਆਤ ਅੱਜ ਵੀ। ਤੇ ਕੱਲ ਨੂੰ ਅਸੀਂ ਉਮੀਦ ਕਰਦੇ ਹਾਂ ਤੁਸੀਂ ਇੱਥੇ ਆ ਕੇ ਅਸੀਂ ਸਟੂਡੀਓ ਤੋਂ ਕਰਾਂਗੇ ਸ਼ੋਅ। ਤੇ ਅੱਜ ਦਾ ਜਿਹੜਾ ਖਬਰਾਂ ਦਾ ਪਿਟਾਰਾ, ਉਸ ਦੀ ਸ਼ੁਰੂਆਤ ਕਰਦੇ ਹਾਂ ਇੱਕ ਬਹੁਤ ਹੀ ਮੰਦਭਾਗੀ ਖਬਰ ਹੀ ਕਵਾਂਗੇ, ਜਿੱਥੇ ਅਸੀਂ ਬਹੁਤ ਜ਼ਿਆਦਾ ਹੁਣ ਕਹਿ ਲਓ ਇਹ ਖਬਰਾਂ ਆਉਣ ਲੱਗ ਗਈਆਂ ਫਾਇਰ ਦੀਆਂ ਕੈਲਗਰੀ ਸ਼ਹਿਰ ਦੇ ਵਿੱਚੋਂ, ਐਲਬਰਟਾ ਦੇ ਵਿੱਚੋਂ, ਜਿੱਥੇ ਕੱਲ ਸਵੇਰ ਯਾਨੀ ਕਿ 3:30 ਵਜੇ ਦੇ ਕਰੀਬ ਫਾਇਰ ਜਿਹੜੇ ਫਾਈਟਰਸ ਨੇ ਉਹਨਾਂ ਨੂੰ ਬੁਲਾਇਆ ਗਿਆ। ਉੱਥੇ ਬਹੁਤ ਜ਼ਿਆਦਾ ਘਣੀ, ਜਿਹਨੂੰ ਕਹਿੰਦੇ ਨੇ ਬਹੁਤ ਜ਼ਿਆਦਾ ਜਿਹੜੀ ਫਾਇਰ ਹੈ ਉਹ ਲੱਗੀ ਜੀ। ਉਹਦੇ ਕਰਕੇ 4 ਗਰਾਜਸ ਤੇ 3 ਜਿਹੜੇ ਘਰ ਨੇ ਉਹ ਵੀ ਡੈਮੇਜ ਹੋ ਗਏ। ਉਸ ਤੋਂ ਇਲਾਵਾ ਵੀ ਕਈ ਡੈਮੇਜ ਦੀ ਗੱਲਬਾਤ ਹੁੰਦੀ ਰਹੀ, ਪਰ ਜਿਹੜੀ ਪੁਸ਼ਟੀ ਹੈ ਉਹ ਇਹਨਾਂ ਦੀ ਹੋ ਗਈ ਹੈ ਜੀ। ਉਹਦੇ ਨਾਲ ਕਈ ਲੋਕ ਵੀ ਪ੍ਰਭਾਵਿਤ ਹੋਏ ਨੇ। ਉਹਦੇ 'ਚ 3 ਤੋਂ 10 ਬਿਲਡਿੰਗਾਂ ਹੋ ਗਈਆਂ ਜੀ, 4 ਗਰਾਜ ਤੇ 10 ਬਿਲਡਿੰਗਾਂ। ਹੁਣ 10 ਬਿਲਡਿੰਗਾਂ, ਉਹਦੇ 'ਚ ਘਰ ਵੀ ਹੋ ਸਕਦੇ ਆ, ਕੋਈ ਹੋਰ ਬਿਲਡਿੰਗ ਵੀ ਕਿਸੇ ਤਰ੍ਹਾਂ ਦੀ ਹੋ ਸਕਦੀ ਆ। ਤੇ ਬਹੁਤ ਜਿਹੜੀ ਇਹ ਹੈ ਨਾ ਭਿਆਨਕ ਅੱਗ, ਸਵੇਰੇ 3:30 ਵਜੇ ਲੋਕ ਸੁੱਤੇ ਪਏ ਹੁੰਦੇ ਆ ਤੇ ਬਸ ਸਿਰਫ ਇਹੀ ਇੱਕ ਪ੍ਰੇਅਰ ਕਰਦੇ ਆ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋਇਆ ਹੋਵੇ। ਜੀ 9 ਬੰਦੇ ਔਰ 1 ਕੈਟ ਯਾਨੀ ਕਿ ਬਿੱਲੀ ਜਿਹੜੀ ਹੈ ਉਹਨਾਂ ਨੂੰ ਨਾਲ ਦੇ ਨਾਲ ਹੀ ਇੱਥੋਂ ਇਵੈਕੂਏਟ ਵੀ ਕਰਾਇਆ ਗਿਆ। ਪਰ
ਕੋਈ ਇੰਜਰੀਜ਼ ਜਿਹੜੀਆਂ ਨੇ ਉਹ ਰਿਪੋਰਟ ਨਹੀਂ ਕੀਤੀਆਂ ਗਈਆਂ ਸੀ। ਇਹ ਸਾਊਥ ਈਸਟ ਆਫ ਕੈਲਗਰੀ ਦੇ ਵਿੱਚ ਦੱਸੀ ਜਾ ਰਹੀ ਹੈ ਜਿਹੜੀ ਇਹ ਖਬਰ। ਯੈਸ 200 ਬਲਾਕ ਆਫ ਪ੍ਰੈਸਟ ਵੀਕ ਹਾਈਟਸ ਸਾਊਥ ਈਸਟ। ਔਰ ਤੁਸੀਂ ਬਿਲਕੁਲ ਸਹੀ ਕਿਹਾ, ਸਵੇਰੇ ਬਿਲਕੁਲ ਡੀਪ ਜਿਹੜੀ ਨੀਂਦ ਦਾ ਸਮਾਂ ਹੁੰਦਾ ਹੈ, ਜਿਹੜਾ 3-3:30 ਵਜੇ ਜਿਹੜੇ ਜ਼ਿਆਦਾਤਰ ਲੋਕ ਸੁੱਤੇ ਹੁੰਦੇ ਨੇ, ਔਰ ਇਸ ਸਮੇਂ ਉੱਦਾਂ ਦੇ ਟਾਈਮ ਦੇ ਵਿੱਚ ਏਦਾਂ ਅੱਗ ਲੱਗ ਜਾਣਾ ਬਹੁਤ ਇੱਕ ਭਿਆਨਕ ਇੱਕ ਮੰਜ਼ਰ ਹੋ ਸਕਦਾ ਭਾਜੀ। ਬਿਲਕੁਲ ਜੀ। ਇਹ ਦੇਖੋ ਜੇ ਪਤਾ ਲੱਗ ਜੇ ਤਾਂ ਬਹੁਤ ਵਧੀਆ। ਕਈ ਵਾਰੀ ਸਿਚੁਏਸ਼ਨ ਇਹੋ ਜਿਹੀ ਹੋ ਜਾਂਦੀ ਆ ਵੀ ਜਿਹੜੇ ਘਰ ਦੇ ਵਿੱਚ ਹੁੰਦੇ ਆ ਜਿੱਥੇ ਅੱਗ ਲੱਗੀ ਹੁੰਦੀ ਆ ਨਾ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵਿਚਾਰਿਆਂ ਨੂੰ। ਨਹੀਂ ਲੱਗਦਾ, ਹਾਂਜੀ ਹਾਂਜੀ। ਪਿੱਛੇ ਕਈ ਸਾਨੂੰ ਖਬਰਾਂ ਵੀ ਮਿਲੀਆਂ, ਕਈ ਸਾਲ ਪਹਿਲਾਂ ਦੀ ਗੱਲ ਹੈ, ਜੇ ਸੁੱਤੇ ਪਏ ਨੀਂਦ ਦੇ ਵਿੱਚ ਹੀ ਬਿਲਕੁਲ ਪੂਰੀ ਫੈਮਿਲੀ ਜਿਹੜੀ ਹੈ ਉਹ ਸੜ ਕੇ ਉਹਨਾਂ ਦੀ ਮੌਤ ਹੋ ਗਈ ਸੀ। ਸੋ ਇਦਾਂ ਦੀਆਂ ਜਿਹੜੀਆਂ ਖਬਰਾਂ ਆਉਂਦੀਆਂ ਨੇ, ਪਰ ਹਜੇ ਇਸ ਦਾ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਹੈ। ਪਤਾ ਨਹੀਂ ਲੱਗਿਆ ਜੀ ਇਹ ਫਾਇਰ ਕਿੱਥੋਂ ਸ਼ੁਰੂ ਹੋਈ ਹੈ, ਪਰ ਇਹ ਜ਼ਰੂਰ ਦੱਸ ਦਿੱਤਾ ਗਿਆ ਹੈ ਕਿ ਜਿਹੜੇ 13 ਯੂਨਿਟ ਤੁਸੀਂ ਦੱਸੇ ਨੇ ਤੇ ਨਾਲ ਜਿੰਨੇ ਵੀ ਉੱਥੇ ਲੋਕ ਸੀਗੇ ਉਹਨਾਂ ਨੂੰ ਕੱਢ ਲਿਆ ਗਿਆ, ਪੈਟਸ ਨੂੰ ਵੀ ਕੱਢ ਲਿਆ ਗਿਆ ਸੀ। ਪਰ ਜਿਹੜਾ ਡੈਮੇਜ ਹੈ ਉਹ ਬਿਲਡਿੰਗਸ ਨੂੰ ਤਾਂ ਕਾਫੀ ਜ਼ਿਆਦਾ ਹੋ ਗਿਆ। ਹੁਣ ਦੇਖੋ ਭਾਜੀ, ਇਹਦੀ ਜਿਹੜੀ ਇਨਵੈਸਟੀਗੇਸ਼ਨ ਦੇ ਨਾਲ ਇਹਦਾ ਡੈਮੇਜ ਵੀ ਪਤਾ ਕੀਤਾ ਜਾਵੇਗਾ, ਪੂਰੀ ਇਨਵੈਸਟੀਗੇਸ਼ਨ ਚੱਲੇਗੀ। ਪਰ ਜਦੋਂ ਲੋਕ ਆਪਣੇ ਘਰੋਂ ਬੇਘਰ ਹੋ ਜਾਂਦੇ ਨੇ ਫਿਰ ਇਹ ਬਹੁਤ ਔਖਾ ਹੋ ਜਾਂਦਾ ਜੀ ਕਿਸੇ ਵੀ ਪਾਸੇ ਜਾਣਾ। ਬਹੁਤ ਬਹੁਤ ਜ਼ਿਆਦਾ ਔਖਾ ਜੀ ਇਹ। ਜੀ ਜੀ ਜੀ। ਸੋ ਸਾਡੀ ਦੁਆਵਾਂ ਇਹਨਾਂ ਦੇ ਨਾਲ ਨੇ, ਔਰ ਛੇਤੀ ਤੋਂ ਛੇਤੀ ਜਿਹੜੀ ਹੈ ਇਹਨਾਂ ਨੂੰ ਜਿਹੜੀ ਰਾਹਤ ਮਿਲ ਸਕੇ ਤਾਂ ਜੋ ਆਪਣੇ ਘਰ, ਇਹ ਬਹੁਤ ਟਾਈਮ ਲੱਗ ਜਾਣਾ ਜੀ, ਪਰ ਇਹ ਹੈ ਕਿ ਬਹੁਤ ਔਖਾ ਹੋ ਜਾਣਾ। ਜਿਹੜੇ ਫਾਇਰ ਫਾਈਟਰਸ ਵੀ ਨੇ, ਹੋਰ ਜਿਹੜੇ ਲੋਕ ਨੇ, ਉਹਨਾਂ ਨੇ ਵੀ ਇਹ ਸਲਾਹ ਦਿੱਤੀ ਹੈ ਕਿ ਜਿੱਦਾਂ ਵੀ ਜਿਹੜੇ ਆਸ ਪੜੋਸ ਦੇ ਵਿੱਚ ਜਾਂ ਤੁਸੀਂ ਕਿਤੇ ਬਲੇਜ਼ ਦੇਖੋ ਜਾਂ ਕੁਝ ਕਰੋ, ਜ਼ਰੂਰੀ ਨਹੀਂ ਉਹ ਚੀਜ਼ ਰਿਪੋਰਟ ਹੋਈ ਹੋਵੇ, ਤੁਸੀਂ ਆਪਣੇ ਵੱਲੋਂ ਵੀ ਰਿਪੋਰਟ ਕਰਕੇ ਜਿਹੜੀ ਹੈ 911 ਤੇ ਕਾਲ ਕਰਕੇ ਜਾਣਕਾਰੀ ਦੇ ਸਕਦੇ ਹੋ ਤਾਂ ਜੋ ਉੱਥੇ ਛੇਤੀ ਤੋਂ ਛੇਤੀ ਪਹੁੰਚਿਆ ਜਾ ਸਕੇ। ਬਿਲਕੁਲ ਜੀ ਬਿਲਕੁਲ। ਅਗਲੀ ਖਬਰ ਵੱਲ ਚੱਲਦੇ ਹਾਂ ਭਾਜੀ, ਔਰ ਇਹ ਤੁਹਾਡੇ ਲਈ ਜਿਹੜੀ ਹੈ ਇੱਕ ਕਹਿ ਲਓ, ਤੁਹਾਨੂੰ ਇੱਕ ਮੈਸੇਜ ਵੀ ਅਸੀਂ ਦੇ ਸਕਦੇ ਹਾਂ ਕਿ ਹੁਣ ਤੁਸੀਂ ਬਾਰ-ਬਾਰ ਫਲਾਈਟਾਂ ਲੈਂਦੇ ਹੋ, ਕਦੀ ਫੀਨਿਕਸ ਜਾਂਦੇ ਹੋ, ਕਦੀ ਮਿਆਮੀ ਜਾਂਦੇ ਹੋ, ਹਨਾ, ਕਦੀ ਤੁਸੀਂ ਕੈਲਗਰੀ ਜਾਂਦੇ ਹੋ, ਕੈਲਗਰੀ ਤੋਂ ਕਲੂਨਾ ਜਾਂਦੇ ਹੋ, ਕਾਕਪਿਟ 'ਚ ਨਾ ਜਾਇਆ ਕਰੋ, ਉੱਥੇ ਅਲਾਊਡ ਨਹੀਂ ਹੁੰਦਾ, ਤੁਹਾਨੂੰ ਮੈਂ ਦੱਸ ਦਵਾਂ। ਉਹ ਦੇਖੋ ਜੀ, ਮੈਂ ਬਿਲਕੁਲ ਟਰਾਈ ਨਹੀਂ ਕਰਦਾ ਜੀ। ਮੈਨੂੰ ਲੱਗਦਾ ਵੀ ਜੇ ਮੈਂ ਟਰਾਈ ਕਰੀ ਵੀ ਕਿਸੇ ਦਿਨ, ਹਾਂਜੀ, ਫਿਰ ਆਪਣਾ ਜਿਹੜਾ ਖਬਰਾਂ ਵਾਲਾ ਸਿਲਸਿਲਾ ਹੈ ਨਾ, ਇਹ ਬੰਦ ਹੋ ਜਾਊਗਾ। ਤੁਸੀਂ ਖਬਰ ਆਪ ਬਣ ਜਾਣਾ ਜੀ। ਵੈਸੇ ਸ਼ਵੀ ਜੀ, ਪਹਿਲਾਂ ਨਾ 9/11 ਤੋਂ ਪਹਿਲਾਂ ਜੀ ਜੇ ਆਪਾਂ ਗੱਲ ਕਰੀ, ਉਦੋਂ ਕਾਕਪਿਟ ਹੈ ਨਾ ਜਿਹੜੇ ਖੁੱਲੇ ਹੁੰਦੇ ਸੀ। ਹਾਂਜੀ। ਤੇ ਮੈਂ ਬਿਲਕੁਲ ਸਹੀ ਗੱਲ, 2 ਵਾਰੀ ਮੇਰੇ ਨਾਲ ਹੋਇਆ ਵੀ ਮੈਂ ਕਾਕਪਿਟ ਦੇ ਵਿੱਚ ਬਹਿ ਕੇ, ਟੋਰਾਂਟੋ ਦੀ ਫਲਾਈਟ ਸੀਗੀ ਕੈਲਗਰੀ ਤੋਂ, ਤੇ ਵਾਪਸੀ ਟੋਰਾਂਟੋ ਤੋਂ ਆਇਆ ਮੈਂ, ਦੋਨੇ ਟਾਈਮ ਜਾਂਦਾ ਵੀ ਤੇ ਆਉਂਦਾ ਵੀ ਕਾਕਪਿਟ ਦੇ ਵਿੱਚ ਬਹਿ ਕੇ ਆਇਆ। ਵਾਹ ਜੀ ਵਾਹ। ਸੋ ਇਹ 9/11 ਜਦੋਂ ਹੋਇਆ ਨਾ, 9/11 ਤੋਂ ਬਾਅਦ ਸਾਰਾ ਚੇਂਜ ਹੋਇਆ। ਚੇਂਜ ਹੋ ਕੇ ਉਦੋਂ ਬਾਅਦ ਲੌਕ ਲੱਗ ਗਏ ਕਾਕਪਿਟ ਨੂੰ, ਤੇ ਨਾਲ ਦੀ ਨਾਲ ਕੁਛ ਫਲਾਈਟਾਂ ਦੇ ਵਿੱਚ ਨਾ ਸਿਕਿਉਰਿਟੀ ਵੀ ਹੁੰਦੀ ਸੀ, ਪੁਲਿਸ ਹੁੰਦੀ ਸੀ, ਪਰ ਉਹ ਹੌਲੀ ਨਾ ਬੰਦ ਹੋ ਗਈ। ਪਹਿਲਾਂ ਜਦੋਂ 9/11 ਹੋਇਆ ਉਦੋਂ ਬਾਅਦ ਜਦੋਂ ਜਿਹੜੀਆਂ ਫਲਾਈਟਾਂ ਚੱਲੀਆਂ, ਉਹਦੇ ਵਿੱਚ ਇਹਨਾਂ ਨੇ ਸ਼ੁਰੂ ਕਰਿਆ ਹੀ ਇੱਥੋਂ ਸੀ ਵੀ ਨਾਲ ਕਾਕਪਿਟ ਦੇ ਬਾਹਰ ਪੁਲਿਸ ਖੜਦੀ ਹੁੰਦੀ ਸੀ। ਅੱਛਾ। ਕੁਛ ਜਿਹੜੀਆਂ ਫਲਾਈਟਾਂ ਸੀ ਉਹਦੇ 'ਚ। ਜੀ ਜੀ। ਵੈਸੇ ਕਾਕਪਿਟ ਦੇ ਵਿੱਚ ਪਹਿਲਾਂ ਬੱਚਿਆਂ ਨੂੰ ਵੀ ਹਾਂ ਬਿਲਕੁਲ ਪਰਮਿਸ਼ਨ ਹੁੰਦੀ ਸੀ ਕਿ ਚਲੋ ਤੁਸੀਂ ਦੇਖ ਸਕਦੇ ਹੋ, ਪਾਇਲਟ ਨਾਲ ਗੱਲਬਾਤ ਕਰ ਸਕਦੇ ਹੋ, ਜਾ ਕੇ ਤੁਸੀਂ ਦੱਸਦੇ ਹੁੰਦੇ ਸੀ। ਪੂਰਾ ਟਿਊਟੋਰੀਅਲ ਜਿਹੜਾ ਇਹ ਪਾਇਲਟਸ ਵੱਲੋਂ ਦਿੱਤਾ ਜਾਂਦਾ ਸੀ, ਦੇਖੋ ਜੀ ਆਹ ਬਟਨ ਇਸ ਚੀਜ਼ ਨੂੰ ਹੈ, ਟੇਕ ਆਫ ਏਦਾਂ ਕੀਤਾ ਜਾਂਦਾ ਹੈ, ਹਨਾ। ਬੜਾ ਇੱਕ ਫਰੈਂਡਲੀ ਜਿਹਾ ਮਾਹੌਲ ਹੁੰਦਾ ਸੀ, ਪਰ ਇਹਨੂੰ ਕਾਫੀ ਸਟ੍ਰਿਕਟ ਕਰ ਦਿੱਤਾ ਗਿਆ ਜੀ। ਔਰ ਇਸ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਲੰਘੀ ਸਤੰਬਰ 8 ਨੂੰ ਜਿਹੜੀ ਡੋਮੈਸਟਿਕ ਸਰਵਿਸ ਸੀਗੀ, ਜਿਹਦੇ ਵਿੱਚ ਡਿਪਾਰਚਰ ਹਜੇ ਹੋਣ ਜਾ ਰਿਹਾ ਸੀ ਸ਼ਿਕਾਗੋ ਤੋਂ, ਔਰ ਲਾਸ ਐਂਜਲਸ ਵੱਲ ਨੂੰ ਇਹ ਫਲਾਈਟ ਜਾ ਰਹੀ ਸੀ ਅਮਰੀਕਾ ਦੇ ਵਿੱਚ। ਉੱਥੇ ਇੱਕ ਬੰਦਾ ਕਹਿੰਦਾ ਕਿ ਮੈਂ ਤਾਂ ਹੁਣ ਕਾਕਪਿਟ ਦੇ ਵਿੱਚ ਜਾਣਾ, ਔਰ ਕਾਫੀ ਉਹਨੇ ਜ਼ਬਰਦਸਤੀ ਵੀ ਕੀਤੀ ਜੀ। ਹਾਂ ਬਿਲਕੁਲ ਜੀ। ਜਦੋਂ ਟੇਕ ਆਫ ਨਹੀਂ ਹੋਇਆ ਸੀ ਥੈਂਕਫੁਲੀ। ਜਦੋਂ ਇਹੋ ਜੀ ਸਿਚੁਏਸ਼ਨ ਹੋ ਜਾਂਦੀ ਹੈ ਨਾ ਸ਼ਵੀ ਜੀ, ਇਹ
ਬਹੁਤ ਵੱਡਾ ਇਸ਼ੂ ਹੈ, ਇਹ ਸਿਕਿਉਰਿਟੀ ਦਾ ਇਸ਼ੂ ਹੈ। ਫਿਰ ਜਿਹੜੀ ਫਲਾਈਟ ਹੈ ਨਾ, ਉਹ ਤੋਂ ਬਾਅਦ ਉਹ ਫਲਾਈ ਨਹੀਂ ਕਰਦੇ ਰਾਈਟ ਅਵੇ। ਉਹ ਬੰਦੇ ਨੂੰ ਅਰੈਸਟ ਕਰਕੇ ਜਦੋਂ ਉਹ ਪੁਲਿਸ ਲੈ ਗਈ ਫੜ ਕੇ, ਉਸ ਤੋਂ ਬਾਅਦ ਫਿਰ ਉਹ ਫਲਾਈ ਕਰਨਗੇ। ਜੀ ਜੀ। ਔਰ ਕਈ ਵਾਰ ਇਦਾਂ ਦੇ ਅਟੈਂਪਟ ਕੀਤੇ ਗਏ ਨੇ ਜੀ। ਇੱਕ 2022 ਦੇ ਵੀ ਇੱਕ ਇਨਸੀਡੈਂਟ ਦੱਸਿਆ ਗਿਆ ਜਿਸ ਦੇ ਵਿੱਚ ਇੱਕ ਬੰਦੇ ਨੂੰ ਅਰੈਸਟ ਕਰ ਲਿਆ ਗਿਆ ਸੀ, ਜਿਸ ਦੇ ਵਿੱਚ ਅਮਰੀਕਨ 에ਅਰਲਾਈਨਸ ਬੋਇੰਗ 737 ਦੇ ਵਿੱਚ ਇਸ ਕਾਕਪਿਟ ਨੂੰ ਈਵਨ ਡੈਮੇਜ ਵੀ ਕੀਤਾ ਗਿਆ ਬੰਦੇ ਵੱਲੋਂ, ਔਰ ਉਹਨਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਉਹਨਾਂ ਦੀ ਕੋਸ਼ਿਸ਼ ਸੀਗੀ ਕਿ ਕਾਕਪਿਟ ਦੇ ਵਿੰਡੋ ਤੋਂ ਬਾਹਰ ਜੰਪ ਆਊਟ ਕਰ ਲੈਣ। ਸੋ ਇਦਾਂ ਦੀ ਵੀ ਕਈ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਕਈ ਇਨਸੀਡੈਂਟਸ ਹੁੰਦੇ। 2021 ਦੇ ਵਿੱਚ ਵੀ ਦੱਸਿਆ ਜਾ ਰਿਹਾ ਕਈ ਇਨਸੀਡੈਂਟਸ ਇੱਥੇ ਹੋਏ, ਔਰ ਅਮਰੀਕਾ ਦੇ ਵਿੱਚ ਬਹੁਤ ਇੱਥੇ ਇਦਾਂ ਦੇ ਇਨਸੀਡੈਂਟਸ ਹੁੰਦੇ ਨੇ ਭਾਜੀ। ਦੇਖੋ, ਅਮਰੀਕਾ ਦੇ ਵਿੱਚ ਜੇ ਆਪਾਂ ਕ੍ਰਾਈਮ ਦੀ ਗੱਲ ਕਰਦੇ ਹਾਂ ਨਾ, ਹਰ ਤਰ੍ਹਾਂ ਦਾ ਕ੍ਰਾਈਮ ਜ਼ਿਆਦਾ ਹੈ। ਹੁਣ ਤੁਸੀਂ ਜੇ ਆਪਾਂ ਕੈਨੇਡਾ ਨੂੰ ਕੰਪੇਅਰ ਕਰਦੇ ਹਾਂ, ਤਾਂ ਕੈਨੇਡਾ ਦੇ ਵਿੱਚ ਜਿਹੜੇ ਲੋਕ ਹੈ ਨਾ, ਉਹ ਬਹੁਤ ਵੱਖਰੇ ਤਰੀਕੇ ਦੇ ਆ। ਉਹ ਕੋਈ ਇਹੋ ਜਿਹੀਆਂ ਗੱਲਾਂ ਬਹੁਤ, ਮੈਂ ਉਹ ਨਹੀਂ ਕਹਿੰਦਾ ਵੀ ਸਾਰੇ ਹੀ ਇਹੋ ਜਿਹੇ ਆ, ਕੋਈ ਨਾ ਕੋਈ ਮਾੜਾ ਵੀ ਹੋ ਸਕਦਾ। ਪਰ ਜਦੋਂ ਅਸੀਂ ਦੇਖਦੇ ਹਾਂ ਨਾ, ਅਮਰੀਕਾ ਇੱਕ ਤਾਂ ਦੇਸ਼ ਵੱਡਾ ਹੈ, ਇੱਕ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ ਕੈਨੇਡਾ ਨਾਲੋਂ, ਤੇ ਕੋਈ ਨਾ ਕੋਈ ਇਹੋ ਜੀ ਨਾ ਇਨਸੀਡੈਂਟ ਹੁੰਦਾ ਰਹਿੰਦਾ। ਤੇ ਇਕੱਲੇ ਅਮਰੀਕਾ ਨਹੀਂ, ਜੇ ਅਸੀਂ ਏਸ਼ੀਅਨ ਕੰਟਰੀਜ਼ ਉਧਰ ਚਲੇ ਜਾਂਦੇ ਆ, ਉੱਥੇ ਵੀ ਕਦੇ ਨਾ ਕਦੇ, ਹੁਣ ਲੇਟਲੀ ਨਹੀਂ ਕੋਈ ਹੋਇਆ, ਪਲੇਨ ਹਾਈਜੈਕ ਹੁੰਦੇ ਰਹਿੰਦੇ ਆ। 2021 ਦੇ ਵਿੱਚ ਵੀ ਇੱਕ ਇਨਸੀਡੈਂਟ ਦੱਸਿਆ ਗਿਆ ਜਿਸ ਦੇ ਵਿੱਚ ਇੱਕ ਬੰਦਾ ਆਪਣੀ ਸੀਟ ਤੋਂ ਉੱਠ ਕੇ ਭੱਜ ਕੇ ਕਾਕਪਿਟ ਵੱਲ ਗਿਆ। ਉਹਨੇ ਆਲਮੋਸਟ ਐਮਰਜੈਂਸੀ ਜਿਹੜਾ ਡੋਰ ਖੋਲ ਕੇ ਜੰਪ ਵੀ ਮਾਰਤੀ ਜੀ, ਔਰ ਉਸ ਦੇ ਵਿੱਚ ਉਹਨਾਂ ਦੀ ਲੱਤ ਵੀ ਟੁੱਟ ਗਈ, ਔਰ ਉਹਨਾਂ ਨੂੰ ਫੈਡਰਲ ਪ੍ਰਿਜ਼ਨ ਦੇ ਵਿੱਚ 18 ਮਹੀਨੇ ਰੱਖਿਆ ਵੀ ਗਿਆ। ਔਰ ਇਦਾਂ ਦੇ ਕਈ ਹੋਰ ਕਿੱਸੇ ਵੀ ਜਿਹੜੇ ਨੇ ਜਿਹੜੀ ਹੈ ਅਮਰੀਕਨ ਪ੍ਰੈਸ ਨੇ ਰਿਲੀਜ਼ ਕੀਤੇ ਨੇ, ਔਰ ਕਿਹਾ ਹੈ ਕਿ ਇਦਾਂ ਦੀ ਮਤਲਬ ਕਿਹੜੀ ਚੀਜ਼ ਹੋ ਜਾਂਦੀ ਹੈ, ਕੀ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਹੈ ਕਿ ਉਹ ਕਾਕਪਿਟ ਵੱਲ ਨੂੰ ਜਾਂ ਫਿਰ ਐਮਰਜੈਂਸੀ ਨੂੰ ਡੋਰ ਨੂੰ ਖੋਲਣ ਦੀ ਕੋਸ਼ਿਸ਼ ਕਰਦੇ ਨੇ, ਔਰ ਉਸ ਦੇ ਨਾਲ ਕੱਲੀ ਆਪਣੀ ਜਾਨ ਨੂੰ ਹੀ ਨਹੀਂ, ਜਿਹੜੇ ਸੈਂਕੜੇ ਲੋਕ ਉਹਦੇ ਵਿੱਚ ਬੈਠੇ ਹੁੰਦੇ ਨੇ, ਸਾਰਿਆਂ ਦੀ ਜਾਨ ਨੂੰ ਵੀ ਉਹ ਇੱਕ ਬਿਲਕੁਲ ਡੇਂਜਰ ਦੇ ਵਿੱਚ ਪਾਉਂਦੇ ਨੇ ਜੀ। ਔਰ ਹੁਣ ਇਸ ਇਨਸੀਡੈਂਟ ਦੇ ਵਿੱਚ ਵੀ ਇਦਾਂ ਹੀ ਕੁਝ ਹੋਇਆ, ਤੇ ਮੈਨੂੰ ਲੱਗਦਾ ਇਹਨਾਂ ਦੀ ਵੀ ਕਲਾਸ ਲਈ ਜਾਵੇਗੀ, ਔਰ ਜੇਲ੍ਹ ਦੇ ਵਿੱਚ ਹੁਣ ਪਤਾ ਲੱਗ ਜਾਏਗਾ ਜੀ ਇਹਨਾਂ ਨੂੰ ਵੀ ਕੀ ਕਰਕੇ ਆਏ ਨੇ। ਦੇਖੋ, ਇਹ ਹੁਣ ਚਾਰਜ ਹੋਊਗਾ, ਚਾਰਜ ਹੋ ਕੇ ਇੱਕ ਜਿਹੜਾ ਵੀ ਕੋਈ ਇਹੋ ਜਿਹਾ ਇਨਸਾਨ ਹੈ ਨਾ, ਉਹਦੀ ਲਾਈਫ ਚੇਂਜ ਹੋ ਗਈ। ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਕਾਕਪਿਟ 'ਚ ਜਾ ਕੇ ਉਹਨੇ ਲੈਣਾ ਕੀ ਹੈ। ਜੀ ਜੀ ਜੀ, ਉਹੀ ਗੱਲ ਸਮਝ ਨਹੀਂ ਆਉਂਦੀ। ਪਤਾ ਉਹਨਾਂ ਦਾ ਵੀ ਕਹਿਣਾ, ਅਥਾਰਟੀਜ਼ ਦਾ ਵੀ ਕਹਿਣਾ ਕਿ ਇਹਨਾਂ ਦੇ ਮਨ ਦੇ ਵਿੱਚ ਇੱਕ ਐਸੀ ਕੀ ਚੀਜ਼ ਆਉਂਦੀ ਹੈ ਕਿ ਚੱਲਦੀ ਫਲਾਈਟ ਦੇ ਵਿੱਚ ਉਹ ਕਹਿੰਦੇ ਨੇ ਅਸੀਂ ਕਾਕਪਿਟ 'ਚ ਜਾਣਾ ਹੈ ਜਾਂ ਫਿਰ ਬੈਂਕ ਕਰਨਾ। 2021 ਦੇ ਵਿੱਚ ਇੱਕ ਹੋਰ ਇਹਨਾਂ ਨੇ ਇਨਸੀਡੈਂਟ ਦੱਸਿਆ ਜਿਸ ਦੇ ਵਿੱਚ ਇੱਕ ਪੈਸੇਂਜਰ ਨੇ ਮਿਡ ਏਅਰ ਦੇ ਵਿੱਚ ਹੀ, ਹਜੇ ਸੋਚੋ ਤੁਸੀਂ, ਚੱਲ ਰਹੀ ਹੈ ਫਲਾਈਟ ਬਿਲਕੁਲ ਅਸਮਾਨ ਦੇ ਵਿੱਚ, ਜ਼ਬਰਦਸਤੀ ਕਾਕਪਿਟ ਨੂੰ ਕਹਿੰਦੇ ਨਾ ਜਾ ਕੇ ਹੀ ਵਾਸ ਬੈਂਗਿੰਗ ਔਨ, ਤੇ ਕਈ ਪੈਸੇਂਜਰਸ ਨੇ ਵੀ ਉਹਨਾਂ ਨੂੰ ਫੜ ਕੇ ਫਿਰ ਬਿਠਾਇਆ ਤੇ ਕਿਹਾ, ਫਲਾਈਟ ਅਟੈਂਡੈਂਟ ਨੂੰ ਵੀ ਉੱਥੇ ਜਾਣਾ ਪਿਆ ਤੇ ਉਹਨਾਂ ਨੂੰ ਰੋਕਣਾ ਪਿਆ, ਫਿਰ ਉਹਨਾਂ ਨੂੰ ਵੀ ਚਾਰਜ ਕੀਤਾ ਗਿਆ। ਤੇ ਮੈਨੂੰ ਲੱਗਦਾ ਜੋ ਜੇਲ੍ਹ 'ਚ ਵੀ ਜਾਂਦੇ ਹੋਣੇ ਤੇ ਕੀ ਕਹਿੰਦੇ ਹੋਣੇ, ਕਿਸੇ ਕਾਕਪਿਟ ਦੇ ਵਿੱਚ ਜਾਣਾ ਸੀ ਤਾਂ ਜੇਲ੍ਹ ਹੋਈ ਹੈ। ਨਹੀਂ, ਉਹਦੇ 'ਚ ਕੀ ਹੈ ਜੀ, ਉਹਦੇ 'ਚ ਕੁਝ ਨਹੀਂ ਮਿਲਣਾ ਤੁਹਾਨੂੰ। ਜੇ ਤੁਸੀਂ ਖਾਣ ਪੀਣ ਨੂੰ ਲੈਣਾ ਕੁਝ ਤਾਂ 에ਅਰ ਹੋਸਟੈਸ ਨੂੰ ਕਹੋ। ਹਾਂਜੀ, ਉਹੀ ਹੈ, ਕਾਕਪਿਟ ਦੇ ਵਿੱਚ ਐਸੀ ਕੀ ਚੀਜ਼ ਹੈ, ਮਤਲਬ ਪਾਇਲਟ ਨੂੰ ਦੇਖਣ ਲਈ ਉਹ ਬੜੇ ਉਤਸੁਕ ਹੋ ਜਾਂਦੇ ਨੇ, ਜਾਂ ਕਿਹੜੀ ਉਹਨਾਂ ਦੇ ਮਨ ਦੇ ਵਿੱਚ ਆਉਂਦੀ ਕਿ ਮਿਡ ਏਅਰ ਦੇ ਵਿੱਚ ਹੀ ਉਹਨਾਂ ਨੂੰ ਏਦਾਂ ਦਾ ਕਰਨ ਦਾ ਮਨ ਹੁੰਦਾ, ਜਾਂ ਫਿਰ ਕਈ ਵਾਰ ਕਹਿੰਦੇ ਨਾ ਨਸ਼ਾ ਪੱਤਾ ਏਦਾਂ ਦਾ ਕਰ ਲੈਂਦੇ ਨੇ ਸ਼ਾਇਦ, ਕਿ ਕੋਈ ਨਾ ਕੋਈ ਘੁੱਟਣ ਜੀ ਹੋਣੀ ਮਹਿਸੂਸ ਹੁੰਦੀ ਹੋਊਗੀ, ਜਾਂ ਕੀ ਹੁੰਦਾ ਹੋਊਗਾ। ਬੇਸਿਕਲੀ ਜਿਹੜੀ ਹੈ ਨਾ, ਅਥਾਰਟੀਜ਼ ਨੂੰ ਵੀ ਨਹੀਂ ਪਤਾ, ਹੁੰਦਾ ਨਸ਼ੇ ਨਾਲ ਹੀ ਆ। ਜਦੋਂ ਬੰਦਾ ਕਈ ਵਾਰੀ ਜ਼ਿਆਦਾ ਹੋ ਗਏ, ਫਿਰ ਉਹ ਸੈਂਸ ਨਹੀਂ ਰਹਿੰਦੀ, ਉਹ ਇਉਂ ਲੱਗਦਾ ਨਹੀਂ, ਉਹ ਫਿਰ ਹੁੰਦਾ ਵੀ ਹਾਂ ਵੀ ਹੁਣ ਤਾਂ ਮੈਂ ਬਸ, ਜਿਵੇਂ ਕਹਿੰਦੇ ਆ ਵੀ ਸ਼ੇਰ ਹੈ ਤੇ ਜਾ ਕੇ ਤੋੜ ਦਿਆਂ ਦਰਵਾਜ਼ਾ। ਜੀ, ਇੰਡੀਆ ਦੇ ਵਿੱਚੋਂ ਵੀ ਕਈ ਇਨਸੀਡੈਂਟ ਜਿਹੜੇ ਨੇ ਉਹ ਸ਼ੇਅਰ ਕੀਤੇ ਗਏ ਨੇ, ਜਿਸ ਦੇ ਵਿੱਚ ਇੱਕ ਪੈਸੇਂਜਰ ਨੇ ਕਹਿੰਦੇ ਯੂਰੀਨੇਟ ਵੀ ਕਰ ਦਿੱਤਾ ਜੀ ਨਸ਼ੇ ਦੇ ਉੱਪਰ, ਇੱਕ ਪੈਸੇਂਜਰ ਦੇ ਉੱਪਰ, ਔਰ ਇੱਕ ਵਾਰ ਇੱਕ ਫਲਾਈਟ ਅਟੈਂਡੈਂਟ ਦੇ ਉੱਪਰ ਵੀ ਕਰ ਦਿੱਤਾ ਸੀ। ਸੋ ਉਹ ਵੀ ਫਿਰ ਫੜੇ ਜਾਂਦੇ ਨੇ ਤੇ ਬਹੁਤ ਜ਼ਿਆਦਾ ਐਮਬੈਰਸਿੰਗ ਸਿਚੁਏਸ਼ਨ ਵੀ ਹੋ ਜਾਂਦੀ ਹੈ ਜੀ। ਬਿਲਕੁਲ ਜੀ। ਇਹ ਦੇਖੋ, ਪਹਿਲੀ ਗੱਲ ਤਾਂ ਜਿਹੜੀ ਡਰਿੰਕ ਹੈ ਨਾ, ਕਈ ਵਾਰੀ ਜਿਹੜਾ 에ਅਰ ਹੋਸਟੈਸ ਵੀ ਹੈਗੇ ਆ,
ਉਹਨਾਂ ਨੂੰ ਪਤਾ ਲੱਗ ਜਾਂਦਾ ਜੇ ਕਿਸੇ ਨੇ ਜ਼ਿਆਦਾ ਪੀਤੀ ਹੈ ਤਾਂ ਉਹਨੂੰ ਕੰਟਰੋਲ ਵੀ ਕਰਨਾ ਚਾਹੀਦਾ। ਪਰ ਇਹ ਅਕਸਰ ਇਹੋ ਜਿਹੇ ਕੰਮ ਉਦੋਂ ਹੁੰਦੇ ਆ ਜਦੋਂ ਜਿਹੜਾ ਕੋਈ ਵੀ ਇਨਸਾਨ ਹੈ ਨਾ ਉਹ ਆਪਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ। ਪਰ ਕਈ ਵਾਰੀ ਅਸੀਂ 1-2 ਡਰਿੰਕਾਂ ਪਹਿਲਾਂ ਪੀ ਕੇ ਫੇਰ ਪਲੇਨ ਤੇ ਚੜ੍ਹਦੇ ਆ ਤੇ ਉੱਥੇ 2-4 ਹੋਰ ਪੀ ਲੀਆਂ, ਰਾਈਟ। ਇੱਕ ਕੁਛ ਇਨਸਾਨ ਹੁੰਦੇ ਆ ਜਿਹੜੇ ਡਰਿੰਕ ਪੀ ਕੇ ਨਾ ਉਹ ਖੁਸ਼ ਹੁੰਦੇ ਆ, ਕੁਛ ਇਨਸਾਨ ਹੁੰਦੇ ਜਿਹੜੇ ਡਰਿੰਕ ਪੀਣ ਤੋਂ ਬਾਅਦ ਉਹ ਫਿਰ ਇਹੋ ਜਿਹੇ ਕੰਮਾਂ ਲੱਗ ਜਾਂਦੇ ਆ, ਕੁਛ ਇਨਸਾਨ ਆ ਜਿਹੜੇ ਡਰਿੰਕ ਪੀ ਕੇ ਸੌਂ ਜਾਂਦੇ ਆ। ਸੋ ਹਰੇਕ ਬੰਦੇ ਦੀ ਨਾ ਵੱਖਰੀ ਵੱਖਰੀ ਰਿਐਕਸ਼ਨ ਹੈ, ਵੱਖਰਾ ਵੱਖਰਾ ਅਫੈਕਟ ਕਰਦੀ ਹੈ ਜਦੋਂ ਤੁਸੀਂ ਡਰਿੰਕ ਪੀਂਦੇ ਆ ਉਹਨੂੰ ਜੀ। ਤੇ ਜੇ ਤੁਹਾਨੂੰ ਇਹ ਜੀ ਪ੍ਰੋਬਲਮ ਹੈਗੀ ਆ, ਜੇ ਤੁਹਾਨੂੰ ਪਤਾ ਹੈ ਵੀ ਮੈਨੂੰ ਇਸ ਤਰ੍ਹਾਂ ਹੁੰਦਾ, ਫਿਰ ਤੁਸੀਂ ਨਾ ਪੀਓ। ਬਿਲਕੁਲ ਬਿਲਕੁਲ ਜੀ, ਇਹ ਬਹੁਤ ਵੱਡੀ ਇੱਕ ਪ੍ਰੋਬਲਮ ਹੈ ਔਰ ਜਿੰਨੇ ਵੀ ਇਨਸੀਡੈਂਟਸ ਨੇ ਬਹੁਤ ਲੰਬੀ ਲਿਸਟ ਹੈ ਤੇ ਇਸ ਦੇ ਵਿੱਚ ਕਈ ਫਨੀ, ਜਿਵੇਂ ਤੁਹਾਨੂੰ ਮੈਂ ਕਿਹਾ ਕਿ ਇੱਕ ਕਿਸੇ ਹੋਰ ਪੈਸੇਂਜਰ ਦੇ ਉੱਪਰ ਯੂਰੀਨੇਟ ਕਰ ਦੇਣਾ, ਇਹ ਇੰਡੀਆ ਤੋਂ ਇੱਕ ਖਬਰ ਆਈ ਸੀਗੀ। ਬਿਲਕੁਲ 에ਅਰ ਇੰਡੀਆ ਦੀ ਇਹ ਗੱਲ ਹੈ। ਕਰਨਾ, ਬਦਤਮੀਜ਼ੀ ਕਰਨਾ, ਇਹ ਤਾਂ ਬਹੁਤ ਕਾਮਨ ਹੈ ਜੀ ਜਦੋਂ ਬਦਤਮੀਜ਼ੀ ਕਰਦੇ ਨੇ। ਪਰ ਇਹ ਕਾਕਪਿਟ ਤੋੜਨਾ ਜਾਂ ਉਹਦੇ ਵਿੱਚ ਡੈਮੇਜ ਕਰਨਾ, ਇਹ ਵੀ ਬੜੀ ਅਜੀਬ ਜੀ ਇੱਕ ਖਬਰ ਲੱਗਦੀ ਹੈ ਭਾਜੀ। ਬਿਲਕੁਲ ਜੀ ਬਿਲਕੁਲ। ਅਗਲੀ ਖਬਰ ਵੱਲ ਚੱਲਦੇ ਹਾਂ ਭਾਜੀ। ਹੁਣ ਮੋਰੋਕੋ ਦੇ ਵਿੱਚ ਜਿਹੜਾ ਬਹੁਤ ਤਗੜਾ ਇੱਕ ਅਰਥਕੁਏਕ ਆਇਆ ਸੀ, ਜਿਸ ਦੇ ਵਿੱਚ ਹੁਣ ਭਾਜੀ ਮਰਨ ਵਾਲੇ ਦੀ ਗਿਣਤੀ ਜਿਹੜੀ ਹੈ 2000 ਤੋਂ ਵੀ ਉੱਪਰ ਪਹੁੰਚ ਗਈ। ਬਿਲਕੁਲ ਜੀ, ਆਲਮੋਸਟ 2500 ਜਿਹੜੀ ਹੈਗੀ ਹੈ ਗਿਣਤੀ ਦੇ ਲੋਕ ਮਰ ਚੁੱਕੇ ਆ ਉਹਦੇ 'ਚ, ਤੇ ਸ਼ਾਇਦ ਇਦੋਂ ਜ਼ਿਆਦਾ ਵੀ ਹੋਊਗੀ। ਆਪਣੇ ਕੋਲੇ ਕਈ ਵਾਰੀ ਪੂਰੀ ਖਬਰ ਨਹੀਂ ਆਉਂਦੀ ਤੇ ਆਲਮੋਸਟ 2500 ਜਾਂ ਉਦੋਂ ਥੋੜੇ ਜ਼ਿਆਦਾ ਉਹਦੇ ਜ਼ਖਮੀ ਵੀ ਹੋਏ ਆ। ਇਹ ਸੋਮਵਾਰ ਨੂੰ ਜਿਹੜੀ ਅਰਥਕੁਏਕ ਆਈ ਹੈਗੀ ਆ ਤੇ ਇਹ ਬਹੁਤ ਬਹੁਤ ਜ਼ਿਆਦਾ ਨੁਕਸਾਨ ਇਹਨੇ ਕਰਿਆ ਹੈਗਾ ਉੱਥੇ ਮੋਰਾਕੋ 'ਚ ਜੀ। ਕਹਿੰਦੇ ਨੇ ਇਹ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਸਟਰੋਂਗੈਸਟ ਅਰਥਕੁਏਕ ਜਿਹੜਾ ਹੈ ਹਿੱਟ ਕੀਤਾ ਹੈ ਨਾਰਦਰਨ ਅਫਰੀਕਨ ਕੰਟਰੀ ਦੇ ਵਿੱਚ। 120 ਸਾਲ ਪਹਿਲਾਂ ਕਹਿੰਦੇ ਨੇ ਇਦਾਂ ਦਾ ਇੱਕ ਅਰਥਕੁਏਕ ਆਇਆ ਸੀ ਔਰ ਜਿਸ ਦੇ ਵਿੱਚ 1900 ਲੋਕੀ ਉਹਨਾਂ ਦੀ ਮੌਤ ਹੋ ਗਈ ਸੀ। ਪਰ 1960 ਦੇ ਵਿੱਚ ਇੱਕ ਆਇਆ ਸੀ 5.8 ਦਾ ਮੈਗਨੀਟਿਊਡ ਦਾ, ਜਿਹਨੂੰ ਕਹਿੰਦੇ ਨੇ ਮੋਰੋਕਨ ਸਿਟੀ ਆਫ ਅਗਾਦਿਰ, ਜਿਸ ਦੇ ਵਿੱਚ 12,000 ਲੋਕ ਜਿਹੜੇ ਨੇ ਉਹ ਮਰ ਗਏ ਸੀਗੇ। ਸੋ ਉਹਦੇ ਨਾਲ ਹੁਣ ਇਹਨੂੰ ਕੰਪੇਅਰ ਕੀਤਾ ਜਾ ਰਿਹਾ ਹੈ ਉਦੋਂ ਦੇ ਨਾਲ, ਜਿਸ ਦੇ ਵਿੱਚ ਕਹਿੰਦੇ ਨੇ ਕਿ ਹੁਣ ਮੋਰੋਕੋ ਦਾ ਜਿਹੜਾ ਹਾਲ ਹੈ ਉਹ ਬਹੁਤ ਜ਼ਿਆਦਾ ਬੁਰਾ ਹੈ ਔਰ ਦੁਨੀਆ ਭਰ ਤੋਂ ਜਿਹੜੇ ਲੋਕ ਨੇ ਉੱਥੇ ਹੈਲਪ ਕਰਨ ਨੂੰ ਜਾਂ ਫਿਰ ਕਹਿੰਦੇ ਨਾ ਪ੍ਰੇ ਹੁਣ ਕਰ ਰਹੇ ਨੇ। ਔਰ ਉੱਥੇ ਕਈ ਕੰਟਰੀਜ਼ ਤੋਂ ਵੀ ਲੋਕ ਜਿਹੜੇ ਨੇ ਉੱਥੇ ਗਏ ਹੋਏ ਸੀਗੇ ਜੀ, ਤੇ ਉਹ ਪ੍ਰਭਾਵਿਤ ਨੇ, ਜਿਸ ਦੇ ਵਿੱਚ ਕੈਨੇਡੀਅਨਸ ਵੀ ਕਈ ਉੱਥੇ ਮੌਜੂਦ ਸੀਗੇ। ਦੇਖੋ ਮੋਰਾਕੋ ਜਿਹੜਾ ਨਾ, ਲੋਕ ਤੁਰਦੇ ਫਿਰਦੇ ਰਹਿੰਦੇ ਆ, ਜਾਂਦੇ ਰਹਿੰਦੇ ਆ, ਪਰ ਉੱਥੇ ਜਿਹੜੀਆਂ ਬਿਲਡਿੰਗਾਂ ਜਦੋਂ ਆਪਾਂ ਦੇਖਦੇ ਆ ਨਾ ਪਿਕਚਰਾਂ, ਉਹਦੇ 'ਚੋਂ ਜਿਹੜੀਆਂ ਲਾਸ਼ਾਂ ਕੱਢਦੇ ਆ ਲੋਕ, ਬਹੁਤ ਮੰਦਭਾਗੀ ਖਬਰ ਆ ਜਿਹੜੀ ਇਹ ਆਪਾਂ ਸ਼ੇਅਰ ਕਰਦੇ ਆ। ਪਰ ਕੀ ਕਰ ਸਕਦੇ ਆ, ਇੱਥੇ ਅਰਥਕੁਏਕ ਜਦੋਂ ਆ ਜਾਂਦਾ ਨਾ, ਕਦੇ ਵੀ ਛਵੀ ਜੀ ਉਹ ਚੰਗਾ ਨਹੀਂ ਹੁੰਦਾ, ਕਿਤੇ ਵੀ ਆ ਜਾਵੇ। ਹੁਣ ਕਈ ਦੇਸ਼ ਹੈਗੇ ਆ ਜਿੱਥੇ ਨਹੀਂ ਆਉਂਦਾ, ਪਰ ਬਹੁਤ ਦੇਸ਼ ਇਹੋ ਜਿਹੇ ਆ ਜਿੱਥੇ ਆਉਂਦਾ ਹੀ ਰਹਿੰਦਾ ਕਦੇ ਨਾ ਕਦੇ, ਪਰ ਉਹ ਇੰਨਾ ਜ਼ਬਰਦਸਤ ਨਹੀਂ ਹੁੰਦਾ ਜਿਹਦੇ ਨਾਲ ਇੰਨਾ ਡੈਮੇਜ ਨਹੀਂ ਹੁੰਦਾ। ਪਰ ਇਹ ਤਾਂ ਕਮਾਲ ਹੋ ਗਈ ਜੀ, ਇੰਨੇ ਲੋਕਾਂ ਨੇ ਮਰ ਜਾਣਾ ਤੇ ਬਿਲਡਿੰਗਾਂ ਢਹਿ ਜਾਣੀਆਂ। ਦੇਖੋ ਇਹ ਕੋਈ ਬਹੁਤ ਮਾੜੀ ਗੱਲ ਹੈ ਜੀ। ਬਿਲਕੁਲ, ਹਜੇ ਤਾਂ ਜਿਹੜੀ ਉਹਨਾਂ ਵੱਲੋਂ ਵੀ ਇਹੀ ਕਿਹਾ ਗਿਆ ਕਿ ਹਜੇ ਤਾਂ ਜਿਹੜੀ ਗਿਣਤੀ ਹੈ ਉਹ ਮਰਨ ਵਾਲਿਆਂ ਦੀ ਇੱਕ ਐਸਟੀਮੇਟਡ ਜਾਂ ਅਪਰੋਕਸੀਮੇਟਲੀ ਦੱਸੀ ਜਾ ਰਹੀ ਹੈ। ਬਿਲਕੁਲ ਵਧੂਗੀ ਇਹ, ਬਿਕੋਜ਼ ਹਲੇ ਤਾਂ ਬਹੁਤ ਲੋਕ ਹੈ ਜਿਹੜੇ ਵਿੱਚੋਂ ਮਿਸਿੰਗ ਹੋਣਗੇ, ਜਿਹੜੇ ਲੱਭਦੇ ਨਹੀਂ ਗਏ। ਉਹ ਹੌਲੀ ਹੌਲੀ ਜਿਹੜੀ ਗਿਣਤੀ ਵਧੀ ਜਾਣੀ ਹੈ ਜੀ। ਸੋ UN ਵੱਲੋਂ ਵੀ ਇਹ ਕਿਹਾ ਗਿਆ ਕਿ ਜਿਹੜੀ ਸਪੋਰਟ ਹੈ ਉਹ ਇੰਟਰਨੈਸ਼ਨਲ ਪਾਰਟਨਰਸ ਵੱਲੋਂ ਦਿੱਤੀ ਜਾਵੇਗੀ, ਜਿਸ ਦੇ ਵਿੱਚ 100 ਤੋਂ ਵੀ ਵੱਧ ਜਿਹੜੀਆਂ ਟੀਮਾਂ ਨੇ ਉਹਨਾਂ ਨੇ 3500 ਰੈਸਕਿਊਅਰਸ ਦੀ ਜਿਹੜੀ ਹੈ ਜੋ ਕਿ ਰਜਿਸਟਰਡ ਨੇ UN ਦੇ ਨਾਲ, ਉਹਨਾਂ ਦੀ ਇੱਕ ਟੀਮ ਬਣਾਈ ਹੈ ਤੇ ਮੋਰੋਕੋ ਦੇ ਵਿੱਚ ਉਹ ਪਹੁੰਚ ਰਹੇ ਨੇ ਜੀ। ਕਈ ਪਹੁੰਚ ਵੀ ਗਏ ਨੇ, ਪਹੁੰਚ ਵੀ ਰਹੇ ਨੇ, ਤੇ ਉਸ ਦੇ ਨਾਲ ਉੱਥੇ ਮਦਦ ਜਿਹੜੀ ਹੈ ਪਹੁੰਚਾਈ ਜਾਵੇਗੀ, ਜਿਸ ਦੇ ਵਿੱਚ ਖਾਣ ਪੀਣ ਤੋਂ ਲੈ ਕੇ ਹੋਰ ਵੀ ਜਿਹੜੇ ਨੇ ਰੈਸਕਿਊ ਕਰਨ ਵਾਲੀ ਜਿਹੜੀਆਂ ਟੀਮਾਂ ਨੇ ਉੱਥੇ ਪਹੁੰਚ ਰਹੀਆਂ ਨੇ। ਦੁਨੀਆ ਭਰ ਤੋਂ ਜਿਹੜੀ ਮਦਦ ਉੱਥੇ
ਪਹੁੰਚਾਉਣ ਜਾਣ ਦਾ ਜਿਹੜਾ ਹੈ ਇੱਕ ਯਤਨ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਭਾਰਤ ਵੀ ਹੈ ਜੀ, ਜਿਸ ਦੇ ਵਿੱਚ ਕੈਨੇਡਾ ਵੀ ਹੈ, ਜਿਸ ਦੇ ਵਿੱਚ ਸਾਰੇ ਦੇਸ਼ ਨੇ। ਔਰ ਉੱਥੇ ਜਿਵੇਂ ਤੁਸੀਂ ਕਿਹਾ ਕਿ ਟੂਰਿਜ਼ਮ ਜਿਹੜਾ ਹੈ, ਬਹੁਤ ਲੋਕ ਐਜ਼ ਅ ਟੂਰਿਸਟ ਵੀ ਜਾਂਦੇ ਨੇ, ਤਾਂ ਦੁਨੀਆ ਭਰ ਤੋਂ ਜਿਹੜੇ ਨੇ ਲੋਕ ਉੱਥੇ ਪ੍ਰਭਾਵਿਤ ਹੋ ਰਹੇ ਨੇ। ਔਰ ਇੱਕ ਬਹੁਤ ਹੀ ਜ਼ਿਆਦਾ ਮੰਦਭਾਗੀ ਖਬਰ ਹੈ, ਔਰ ਬਹੁਤ ਵੱਡੀ ਖਬਰ ਹੈ ਜੀ, ਜਿਹਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੱਕ ਨੈਚੁਰਲ ਡਿਜ਼ਾਸਟਰ ਕਰਕੇ ਜਦੋਂ ਇਦਾਂ ਦਾ ਕੁਝ ਹੁੰਦਾ ਹੈ ਤਾਂ ਮੈਨੂੰ ਲੱਗਦਾ ਪੂਰੀ ਦੁਨੀਆ ਇਕੱਠੀ ਹੋ ਜਾਂਦੀ ਹੈ ਭਾਜੀ। ਬਿਲਕੁਲ ਜੀ, ਬਿਲਕੁਲ ਬਿਲਕੁਲ ਸ਼ਵੀ ਜੀ। ਸੋ ਮੈਨੂੰ ਲੱਗਦਾ ਭਾਜੀ ਇੱਕ ਤਾਂ ਨੈਚੁਰਲ ਡਿਜ਼ਾਸਟਰ ਦੇ ਨਾਲ ਜਦੋਂ ਬਹੁਤ ਜ਼ਿਆਦਾ ਪ੍ਰੋਬਲਮਸ ਹੁੰਦੀਆਂ ਨੇ, ਬਹੁਤ ਜ਼ਿਆਦਾ ਲੋਕ ਪ੍ਰਭਾਵਿਤ ਹੁੰਦੇ ਨੇ, ਤੇ ਸਾਡੇ ਹੱਥ ਦੇ ਵਿੱਚ ਕੁਝ ਨਹੀਂ ਹੁੰਦਾ। ਉਸ ਤੋਂ ਬਾਅਦ ਅਸੀਂ ਜੋ ਕੁਝ ਕਰ ਸਕਦੇ ਹਾਂ, ਮਦਦ ਕਰ ਸਕਦੇ ਹਾਂ, ਉਹ ਅਸੀਂ ਹਮੇਸ਼ਾ ਪਹੁੰਚਾਉਂਦੇ ਹਾਂ। ਪਰ ਇੱਦਾਂ ਦੇ ਕਈ ਡਿਜ਼ਾਸਟਰਸ ਹੋਰ ਵੀ ਨੇ ਜੋ ਕਿ ਨੈਚੁਰਲ ਨਹੀਂ ਨੇ, ਪਰ ਨੈਚੁਰਲੀ ਜਦੋਂ ਲੋਕੀ ਕੁਝ ਇੱਦਾਂ ਦੇ ਪਦਾਰਥ ਜਿਹੜੇ ਨੇ ਕੰਜ਼ਿਊਮ ਕਰਦੇ ਨੇ, ਜਿਹਨੂੰ ਆਪਾਂ ਡਰੱਗਸ ਕਹਿੰਦੇ ਆ, ਓਵਰਡੋਜ਼ ਕਰਕੇ ਬਹੁਤ ਮੌਤਾਂ ਹੋ ਰਹੀਆਂ ਨੇ। ਔਰ ਅਸੀਂ ਇੰਟਰਨੈਸ਼ਨਲੀ ਹਰ ਕੰਟਰੀ ਦੀ ਗੱਲ ਕਰੀਏ, ਕਿਸੇ ਵੀ ਕੰਟਰੀ ਦਾ ਜੇ ਅਸੀਂ ਅੱਜ ਨਿਊਜ਼ਪੇਪਰ ਚੱਕ ਕੇ ਦੇਖਾਂਗੇ ਨਾ, ਮੋਸਟਲੀ ਮੈਂ ਕਹੂੰਗਾ ਹਰ ਕੰਟਰੀ ਤਾਂ ਨਹੀਂ, ਡਰੱਗ ਦੀ ਓਵਰਡੋਜ਼ ਦੀ ਕੋਈ ਨਾ ਕੋਈ ਖਬਰ ਤਾਂ ਜ਼ਰੂਰ ਉੱਥੇ ਹੋਵੇਗੀ, ਭਾਵੇਂ ਛੋਟੇ ਕਾਲਮ 'ਚ ਹੋਵੇ, ਭਾਵੇਂ ਹੈਡਲਾਈਨਸ ਹੋਣ, ਭਾਵੇਂ ਵੱਡੇ ਕਾਲਮ 'ਚ ਹੋਵੇ, ਕਿਸੇ ਸਿਟੀ ਦੀ ਖਬਰ ਹੋਵੇ, ਪ੍ਰੋਵਿੰਸ ਦੀ ਹੋਵੇ, ਜਾਂ ਫਿਰ ਦੇਸ਼ ਦੀ ਖਬਰ ਹੋਵੇ। ਉੱਦਾਂ ਦੀ ਹੀ ਇੱਕ ਹੋਰ ਖਬਰ ਆਈ ਹੈ, ਬਹੁਤ ਹੀ ਮੰਦਭਾਗੀ, ਅਗੇਨ ਮੌਂਟਰੀਅਲ ਦੇ ਸ਼ਹਿਰ ਦੇ ਵਿੱਚੋਂ, ਜਿੱਥੇ ਓਵਰਡੋਜ਼ਸ ਦੇ ਨਾਲ 6 ਬੰਦਿਆਂ ਨੂੰ ਫਿਰ ਤੋਂ ਹਸਪਤਾਲ ਪਹੁੰਚਾਇਆ ਗਿਆ ਜੀ। ਦੇਖੋ ਸ਼ਵੀ ਜੀ, ਜਿਹੜੀ ਡਰੱਗ ਦੀ ਪ੍ਰੋਬਲਮ ਹੈ ਨਾ, ਇਹ ਸਾਰੀ ਦੁਨੀਆ ਦੇ ਵਿੱਚ ਕੰਟਰੋਲ ਤੋਂ ਬਾਹਰ ਹੈ। ਜਦੋਂ ਅਸੀਂ ਗੱਲ ਕਰਦੇ ਆਂ, ਅਸੀਂ ਦੋ ਗੱਲਾਂ ਇਹਦੇ 'ਚ ਐਡ ਕਰਾਂਗੇ ਵਿੱਚ, ਜਿਹੜੀ ਇੱਕ ਹੋਮਲੈਸ ਦਾ ਇਸ਼ੂ ਵੀ ਬਹੁਤ ਆਉਂਦਾ ਹੈ ਜੀ। ਹੁਣ ਦੇਖੋ, ਜਿਹੜਾ ਕੋਈ ਚੰਗਾ ਬੰਦਾ ਕੰਮਕਾਰ ਕਰਦਾ ਹੈ ਨਾ, ਉਹ ਆਪਦਾ ਪ੍ਰਬੰਧ ਘਰ ਦਾ ਰਹਿਣ ਦਾ ਕਿਸੇ ਨਾ ਕਿਸੇ ਢੰਗ ਨਾਲ ਕਰ ਲੈਂਦਾ। ਜਦੋਂ ਜਿਹੜੇ ਲੋਕ ਗਲਤ ਕੰਮਾਂ 'ਚ ਪੈ ਜਾਂਦੇ ਆ, ਡਰੱਗ ਵਾਲੇ ਪਾਸੇ ਪੈ ਜਾਂਦੇ ਆ, ਉਦੋਂ ਉਹਨਾਂ ਦਾ ਜਿਹੜਾ ਮੇਨ ਫੋਕਸ ਹੁੰਦਾ ਨਾ, ਉਹ ਮੇਨ ਫੋਕਸ ਸਿਰਫ ਤੇ ਸਿਰਫ ਡਰੱਗ ਵਾਲੇ ਪਾਸੇ ਆ। ਉਹਨਾਂ ਦਾ ਹੋਰ ਕੋਈ ਕਿਸੇ ਚੀਜ਼ ਨਾਲ ਤਲਕ ਨਹੀਂਗਾ, ਨਾ ਉਹਨਾਂ ਦਾ ਬਾਹਲਾ ਖਾਣ ਪੀਣ 'ਚ ਹੁੰਦਾ, ਨਾ ਉਹਨਾਂ ਦਾ ਕੋਈ ਕੱਪੜਿਆਂ 'ਚ ਹੁੰਦਾ, ਨਾ ਹੀ ਉਹਨਾਂ ਦਾ ਕੋਈ ਘਰਾਂ ਵਾਲੇ ਪਾਸੇ ਹੁੰਦਾ ਵੀ ਸਾਨੂੰ ਰਾਤ ਨੂੰ ਦਿਨੇ ਜੋ ਵੀ ਹੈ ਘਰ ਚਾਹੀਦਾ ਰਹਿਣ ਵਾਸਤੇ। ਉਹਨਾਂ ਦਾ ਇੱਕੋ ਇੱਕ ਫੋਕਸ ਹੁੰਦਾ ਵੀ ਉਹ ਡਰੱਗ ਉਹਨਾਂ ਨੂੰ ਕਿਵੇਂ ਮਿਲੇ ਤੇ ਉਹ ਡਰੱਗ ਕਰਨ ਤੇ ਆਪਦਾ ਮਸਤ ਰਹਿਣ। ਹੁਣ ਗੱਲ ਜਦੋਂ ਓਵਰਡੋਜ਼ ਦੀ ਹੁੰਦੀ ਹੈ, ਆਪਾਂ ਹਮੇਸ਼ਾ ਹੀ ਸ਼ਵੀ ਜੀ, ਜਦੋਂ ਵੀ ਕਦੇ ਡਰੱਗ ਦੀ ਗੱਲ ਕਰੀਏ ਨਾ, ਆਪਾਂ ਹਮੇਸ਼ਾ ਗੱਲ ਇਹ ਕਰਦੇ ਹਾਂ ਵੀ ਡਰੱਗ ਦੇ ਉੱਤੇ ਜਿਹੜੀ ਡਰੱਗ ਲੈਂਦੇ ਆ ਉਹ, ਜਾਂ ਜਿਹੜੀ ਡਰੱਗ ਕਿਤੋਂ ਮੁੱਲ ਲੈਂਦੇ ਆ ਜਾਂ ਕੋਈ ਦੇ ਦਿੰਦਾ ਜਾਂ ਉਹ ਕਰ ਲੈਂਦੇ ਆ, ਉਹਦੇ ਤੇ ਕੋਈ ਇਨਫੋਰਮੇਸ਼ਨ ਨਹੀਂ ਹੁੰਦੀ ਗੀ, ਕੋਈ ਉਹਦੇ ਤੇ ਟੈਗ ਨਹੀਂ ਲੱਗਿਆ ਹੁੰਦਾ ਵੀ ਇਹਦਾ ਕੀ ਆ, ਕੀ ਇਹਦਾ ਨੁਕਸਾਨ ਆ, ਕੀ ਨਹੀਂ ਆ। ਹੁਣ ਸਿਗਰਟਾਂ ਦੀ ਇੰਗਰੀਡੀਐਂਟਸ ਟਾਈਪ ਕੁਝ ਨਹੀਂ ਹੁੰਦਾ ਜੀ। ਹਾਂ, ਹੁਣ ਸਿਗਰਟਾਂ ਦੀ ਡੱਬੀ ਜੇ ਕੋਈ ਲੈਂਦਾ, ਉਹਦੇ ਤੇ ਲਿਖਿਆ ਹੁੰਦਾ ਸਿਗਰਟ ਤੇ, ਬਿਕੋਜ਼ ਉਹ ਲੀਗਲ ਤਰੀਕੇ ਨਾਲ ਲਈ ਜਾਂਦੀ ਹੈ। ਹੁਣ ਜਿਹੜੀ ਡਰੱਗ ਆ, ਜਿਵੇਂ ਵੀਡ ਲੈ ਲਓ, ਜਿਹੜੇ ਸਟੋਰ ਖੁੱਲ੍ਹੇ ਆ, ਕੈਨਵਸ ਸਟੋਰ, ਉਹਨਾਂ ਤੋਂ ਜਿਹੜੀ ਕੋਈ ਇਨਫੋਰਮੇਸ਼ਨ ਤੁਸੀਂ ਲੈਂਦੇ ਆ, ਉਹਦੇ ਉੱਤੇ ਲੇਬਲ ਲੱਗਿਆ ਹੁੰਦਾ, ਉਹ ਪੂਰੀ ਇਨਫੋਰਮੇਸ਼ਨ ਉਹਦੀ ਹੁੰਦੀ ਹੈ। ਪਰ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਇਲੀਗਲ ਡਰੱਗਸ ਆ, ਉਹਨਾਂ ਦਾ ਕੋਈ ਉਹਨਾਂ ਦਾ ਇਨਫੋਰਮੇਸ਼ਨ ਨਹੀਂ ਹੁੰਦੀ। ਉਹ ਪਤਾ ਉਦੋਂ ਹੀ ਲੱਗਦਾ ਜਦੋਂ ਤੁਸੀਂ ਉਹਨੂੰ ਜਿਹੜੇ ਵੀ ਤਰੀਕੇ ਨਾਲ ਤੁਸੀਂ ਕਰਨੀ ਹੈ, ਚਾਹੇ ਟੀਕਾ ਲਾ ਕੇ ਕਰਨਾ, ਜਾਂ ਤੁਸੀਂ ਉਹਨੂੰ ਸਮੋਕ ਕਰਕੇ ਕਰਨਾ, ਜਾਂ ਉਹਨੂੰ ਤੁਸੀਂ ਕਿਤੇ ਖਾ ਪੀ ਕੇ ਕਰਨਾ, ਪਰ ਉਹ ਜਦੋਂ ਤੁਹਾਡੀ ਬਾਡੀ ਦੇ ਵਿੱਚ ਚਲੀ ਜਾਂਦੀ ਹੈ ਨਾ, ਉਹਦਾ ਰਿਐਕਸ਼ਨ ਤਾਂ ਉਦੋਂ ਬਾਅਦ ਹੋਣਾ, ਉਦੋਂ ਪਤਾ ਲੱਗਣਾ ਹੈ। ਭਾਜੀ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਜਦੋਂ ਸਾਨੂੰ ਕੋਈ ਮੈਡੀਕੇਸ਼ਨ ਵੀ ਦਿੱਤੀ ਜਾਂਦੀ ਹੈ, ਇੱਕ ਨਾਰਮਲ ਬੰਦੇ ਦੀ ਗੱਲ ਕਰ ਰਿਹਾ, ਇੱਕ ਨਾਰਮਲ ਹਿਊਮਨ ਬੀਇੰਗ, ਕਿਸੇ ਵੀ, ਮੈਂ ਕਹਿੰਦਾ ਕਿਸੇ ਵੀ ਦੇਸ਼, ਕਿਸੇ ਵੀ ਪ੍ਰਜਾਤੀ ਦਾ ਬੰਦਾ, ਬੈਕਗਰਾਊਂਡ ਤੋਂ ਬੰਦਾ, ਨਾਰਮਲ ਜਿਹੜਾ ਇੱਕ ਬੰਦਾ, ਉਹਨੂੰ ਜਦੋਂ ਕਿਹਾ ਜਾਵੇ ਨਾ ਕਿ ਤੈਨੂੰ ਟੀਕਾ ਲੱਗਣਾ ਜੀ, ਦਵਾਈ ਤੇ ਟੀਕਾ, ਉਹ ਕਿਤੇ ਨਾ ਕਿਤੇ ਡਰ ਜ਼ਰੂਰ ਹੁੰਦਾ ਹਰ ਬੰਦੇ ਦਾ, ਮੈਂ ਕਹਿੰਦਾ ਕਿਤੇ ਨਾ ਕਿਤੇ ਇੱਕ ਨਾ ਸਬਕੌਂਸ਼ੀਅਸ ਦੇ ਵਿੱਚ। ਪਰ ਇਹ ਉਹੀ ਗੱਲ ਕਰਦੇ ਨਾ ਟੀਕਾ, ਹਾਂਜੀ, ਮਤਲਬ ਤੁਸੀਂ ਇਹ ਸੋਚੋ ਕਿ ਸਿਰਫ ਨਸ਼ੇ ਲਈ
ਕਿੰਨੀ ਕੁ ਹਿੰਮਤ ਔਰ ਕਿੰਨਾ ਕੁ ਇਹਨਾਂ ਨੂੰ ਮਤਲਬ, ਔਰ ਇੱਕ ਟੀਕਾ ਨਹੀਂ, ਪਤਾ ਨਹੀਂ ਕਿੰਨੇ ਕੁ ਲਾਉਂਦੇ ਹੋਣੇ ਆ, ਕਿਸ ਹਿਸਾਬ ਨਾਲ ਚੱਲਦੇ ਨੇ, ਪਤਾ ਨਹੀਂ ਕਿ ਓਵਰਡੋਜ਼ ਹੋ ਜਾਂਦੀ। ਬਿਲਕੁਲ। ਹੁਣ ਦੇਖੋ ਗੱਲ ਜੇ ਆਪਾਂ ਇਹ 6 ਦੀ ਕਰਦੇ ਹਾਂ ਤਾਂ ਇਹਨਾਂ ਚੋਂ ਇੱਕ 42 ਸਾਲਾਂ ਦੀ ਔਰਤ ਹੈ ਜੀ। ਹੁਣ ਦੇਖੋ ਆਪਾਂ ਬੱਚਿਆਂ ਦੀ ਗੱਲ ਤਾਂ ਚਲੋ ਕਰ ਲਈ, ਜਿਨ੍ਹਾਂ ਨੂੰ ਨਹੀਂ ਪਤਾ ਜਾਂ ਉਹ ਸਮਝ ਨਹੀਂ ਜਾਂ ਉਹ ਇਸ ਕੰਮ 'ਚ ਪੈ ਗਏ। 42 ਸਾਲ ਦੀ ਜਿਹੜੀ ਔਰਤ ਆ, ਉਹਨੇ ਤਾਂ ਆਪਦੀ ਸਾਰੀ ਲਾਈਫ ਲੰਘਾਈ ਵੀ ਹੈ, ਉਹਨੇ ਦੇਖਿਆ। ਤੇ ਜਦੋਂ ਇਸ ਉਮਰ 'ਚ ਆ ਕੇ ਜਿਹੜੇ ਲੋਕ ਪੈ ਜਾਂਦੇ ਆ ਇਸ ਕੰਮ 'ਚ, ਫਿਰ ਦੇਖੋ ਓਵਰਡੋਜ਼ ਤਾਂ ਹੋਣਾ ਹੀ ਹੋਣਾ। ਜਿਹੜੀ ਗੱਲ ਆਪਾਂ ਕਰਦੇ ਹਾਂ ਵੀ ਉਹਦਾ ਕੋਈ ਇਨਫੋਰਮੇਸ਼ਨ ਹੀ ਨਹੀਂ ਗੀ ਵੀ ਕੀ ਆ ਉਹ, ਜਾਂ ਕਿੰਨੀ ਕਰ ਲਈ ਹੈ ਜਾਂ ਕਿੰਨੀ ਨਹੀਂ ਕਰੀ। ਤੇ ਓਵਰਡੋਜ਼ ਹੋ ਕੇ ਦੂਜੇ ਪਾਸੇ ਇਹ ਵੀ ਆ, ਜਦੋਂ ਤੁਸੀਂ ਹਸਪੀਟਲ ਚਲੇ ਜਾਂਦੇ ਆ, ਹਸਪੀਟਲ ਚਲੋ ਜਾ ਕੇ ਐਟਲੀਸਟ ਤੁਹਾਡੀ ਜਿਹੜੀ ਜਾਨ ਹੈ ਉਹ ਕੋਈ ਇਲਾਜ ਕਰਕੇ ਬਚ ਸਕਦੀ ਹੈ। ਪਰ ਜਿਹੜੇ ਲੋਕ ਹਸਪੀਟਲ ਨਹੀਂ ਜਾ ਸਕਦੇ, ਜੇ ਓਵਰਡੋਜ਼ ਹੋ ਜੇ ਤਾਂ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ। ਬਿਲਕੁਲ ਬਿਲਕੁਲ। ਔਰ ਪੁਲਿਸ ਦਾ ਕਹਿਣਾ ਹੈ ਕਿ ਜਿੰਨੇ ਵੀ ਇਹ 6 ਦੇ 6 ਮਹਾਰਥੀ ਸੀਗੇ, ਇਹਨਾਂ ਨੂੰ ਰਿਐਕਸ਼ਨ ਜਿਹੜਾ ਹੈ ਉਹ ਇੱਕ ਅਨਨੋਨ ਸਬਸਟੈਂਸ ਤੋਂ ਹੀ ਹੋਇਆ ਹੈ। ਇੱਕੋ ਹੀ ਸਬਸਟੈਂਸ ਹੈ ਜੀ, ਉਹ ਕੋਈ ਡਰੱਗ ਹੈ ਜਾਂ ਨਵਾਂ ਡਰੱਗ ਹੈ, ਉਹਦੇ ਕਰਕੇ ਹੀ ਇਹਨਾਂ ਨੂੰ ਓਵਰਡੋਜ਼ ਹੋਈ ਹੈ ਔਰ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ, ਜਿਸ ਦੇ ਵਿੱਚ ਹੁਣ 5 ਜਿਹੜੇ ਵਿਕਟਿਮਸ ਨੇ ਉਹ ਡੇਂਜਰ ਤੋਂ ਬਾਹਰ ਨੇ। ਔਰ ਜਿਵੇਂ ਤੁਸੀਂ ਕਿਹਾ ਕਿ 42 ਸਾਲਾ ਜਿਹੜੀ ਔਰਤ ਹੈ, ਉਹ ਹੁਣ ਬਹੁਤ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ 'ਚ ਜਿਹੜੀ ਹੈ ਉਹ ਹੁਣ ਵੀ ਉਹਨਾਂ ਨੂੰ ਐਗਜ਼ਾਮਿਨ ਕੀਤਾ ਜਾ ਰਿਹਾ ਹੈ। ਔਰ ਸਿਟੀ ਦੇ ਵਿਲੇ ਮਾਰੀ ਬੋਰੋ ਇਸ ਥਾਂ ਦੇ ਵਿੱਚ ਓਵਰਡੋਜ਼ਸ ਦੀ ਕਈ ਜਿਹੜੇ ਨੇ ਕੇਸਿਸ ਆਏ। ਔਰ ਲੰਗੇ ਸੰਡੇ ਯਾਨੀ ਕਿ ਜਾ ਕੇ ਉਹਨਾਂ ਨੇ ਆਫਟਰਨੂਨ ਦੇ ਵਿੱਚ, ਦੁਪਹਿਰ ਦੇ ਵਿੱਚ ਜਾ ਕੇ ਉੱਥੋਂ ਰਿਪੋਰਟਸ ਜਿਹੜੀਆਂ ਉਹਨਾਂ ਨੂੰ ਮਿਲੀਆਂ ਤੇ ਉਹਨਾਂ ਨੇ ਚੱਕ ਕੇ ਇਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ। ਤੇ ਬਹੁਤ ਜ਼ਿਆਦਾ ਹੁਣ ਪੁਲਿਸ ਔਰ ਜਿਹੜੇ ਇਨਵੈਸਟੀਗੇਟਰਸ ਨੇ ਉਹ ਬਹੁਤ ਚਿੰਤਤ ਨੇ ਭਾਜੀ। ਉਹ ਕਹਿੰਦੇ ਨੇ ਕਿ ਇੱਕ ਤਾਂ ਹੁੰਦੇ ਨੇ ਡਰੱਗ, ਜਿਵੇਂ ਤੁਸੀਂ ਕਿਹਾ ਕਿ ਹੁਣ ਅਨਨੋਨ ਪਤਾ ਨਹੀਂ ਕਿਹੜੇ ਕਿਹੜੇ ਡਰੱਗਸ ਨੇ, ਕਿਹੜੇ ਕਿਹੜੇ ਐਕਸਪੈਰੀਮੈਂਟਸ ਨੇ ਜਿਹੜੇ ਲੋਕ ਆਪਣੇ ਆਪ ਤੇ ਕਰ ਰਹੇ ਨੇ। ਦੇਖੋ ਇਹ ਤਾਂ ਸ਼ਵੀ ਜੀ ਇੱਕ ਬਹੁਤ ਮੰਦਭਾਗਾ ਖਬਰਾਂ ਇਹੋ ਜਿਹੀਆਂ ਆਪਾਂ ਜਿਹੜੀਆਂ ਸ਼ੇਅਰ ਕਰਦੇ ਹਾਂ, ਪਰ ਇਹ ਦੁਨੀਆ ਭਰ ਦੇ ਵਿੱਚ ਨਾ ਪਤਾ ਨਹੀਂ ਲੋਕ ਕਾਹਤੋਂ ਇਸ ਪਾਸੇ ਪੈ ਜਾਂਦੇ ਆ, ਕਿਵੇਂ ਪੈ ਜਾਂਦੇ ਆ, ਕੀ ਕਰਦੇ ਆ। ਹੁਣ ਦੇਖੋ ਮੇਰੇ ਵੀ ਬਹੁਤ ਯਾਰ ਦੋਸਤ ਹੈਗੇ ਆ ਜਿਹੜੇ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਜਿਹੜੇ ਕੋਈ ਨਾ ਕੋਈ ਇਸ ਕੰਮ 'ਚ ਪਏ ਆ ਤੇ ਉਹਨਾਂ ਨੇ ਟਰਾਈ ਕਰਿਆ ਵੀ ਹਾਂ ਵੀ ਤੁਸੀਂ ਵੀ ਲੈ ਲਓ। ਅਸੀਂ ਦੇਖੋ ਹਰੇਕ ਇਨਸਾਨ ਹੈ ਨਾ ਜਿਹੜਾ, ਜਦੋਂ ਤੁਸੀਂ ਇੱਕ ਵਾਰੀ ਕਰ ਲੈਂਦੇ ਆ, 2 ਵਾਰੀ ਕਰ ਲੈਂਦੇ ਆ, 3 ਵਾਰੀ ਕਰ ਲੈਂਦੇ ਆ, ਤਾਂ ਉਹ ਤੁਹਾਨੂੰ ਜਿਹੜੀ ਐਡਿਕਸ਼ਨ ਹੈ ਨਾ, ਤੁਹਾਡੀ ਜਿਹੜੀ ਬਾਡੀ ਆ ਉਹ ਯੂਜ਼ ਟੂ ਉਹਦੇ ਹੋ ਜਾਂਦੀ ਹੈ ਤੇ ਉਹਦੇ ਵਿੱਚੋਂ ਨਿਕਲਣਾ ਫਿਰ ਬਹੁਤ ਔਖਾ ਹੋ ਜਾਂਦਾ। ਤੇ ਉਦੋਂ ਜਦੋਂ ਤੁਸੀਂ ਇੱਕ ਵਾਰੀ ਪੈ ਗਏ ਤੇ ਉਹਦੇ ਚੋਂ ਨਿਕਲਣਾ ਔਖਾ ਹੋ ਗਿਆ, ਤੇ ਫਿਰ ਤਾਂ ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਿਆ, ਬਿਨਾਂ ਇਸ ਚੀਜ਼ ਤੋਂ ਹੋਰ ਕੁਛ ਦਿਸਦਾ ਨਹੀਂ। ਜੀ ਯਾਨੀ ਬਹੁਤ ਔਖਾ ਹੈ ਜੀ। ਔਰ ਇਨਵੈਸਟੀਗੇਟਰਸ ਜਿਹੜੇ ਨੇ ਹੁਣ ਜਿਹੜੀ ਇਹ ਸਿਚੁਏਸ਼ਨ ਹੈ, ਜਾਂ ਫਿਰ ਇਹ ਸਸਪੈਕਟਡ ਓਵਰਡੋਜ਼ਸ ਦਾ ਦਿੱਤਾ ਗਿਆ ਹੈ ਜੀ ਕੇਸ। ਔਰ ਜਿਹੜੀ ਸਬਸਟੈਂਸ ਹੈ, ਜਿਹੜਾ ਕੈਮੀਕਲ ਇਹਨਾਂ ਨੇ ਲਿਆ ਜਾਂ ਜੋ ਵੀ ਇਹਨਾਂ ਨੇ ਡਰੱਗ ਲਿਆ, ਉਹਦੇ ਉੱਪਰ ਵੀ ਇੱਕ ਸਟੱਡੀ ਚੱਲ ਰਹੀ ਹੈ ਜੀ, ਜੋ ਇਹਨਾਂ ਨੇ ਕੰਜ਼ਿਊਮ ਕੀਤੀ ਹੈ, ਜੋ ਇਹਨਾਂ ਨੇ ਖਾਧੀ ਹੈ ਜਾਂ ਟੀਕਾ ਲਾਇਆ, ਜਿਵੇਂ ਵੀ ਇਹਨਾਂ ਨੇ। ਸੋ ਉਹਦੇ ਉੱਪਰ ਵੀ ਹੁਣ ਸਟੱਡੀ ਚੱਲ ਰਹੀ ਹੈ ਕਿ ਇੱਕ ਨਵਾਂ ਡਰੱਗ ਕਿਹੜਾ ਕੈਨੇਡਾ ਦੇ ਵਿੱਚ ਆ ਗਿਆ ਹੈ, ਜਿਹਦੇ ਨਾਲ ਲੋਕ ਜਿਹੜੇ ਨੇ ਇਸ ਸਥਿਤੀ ਦੇ ਵਿੱਚ ਪਹੁੰਚ ਗਏ ਨੇ ਕਿ ਉਹਨਾਂ ਨੂੰ ਇਸ ਕੰਡੀਸ਼ਨ ਦੇ ਵਿੱਚ ਲੈ ਕੇ ਜਾਇਆ ਜਾਵੇ ਹਸਪਤਾਲ ਜੀ। ਹਾਂ ਬਿਲਕੁਲ ਜੀ। ਸੋ ਇਹ ਡਰੱਗਸ ਦੀ ਜਿਹੜੀ ਖਬਰਾਂ ਨੇ, ਮੈਨੂੰ ਲੱਗਦਾ ਰੋਜ਼ ਅਸੀਂ ਵਿਦ ਅ ਵੈਰੀ ਹੈਵੀ ਹਾਰਟ ਸਾਨੂੰ ਸੁਣਾਉਣੀਆਂ ਪੈਂਦੀਆਂ ਨੇ, ਪਰ ਸਾਡਾ ਇੱਥੇ ਡਿਸਕਸ਼ਨ ਕਰਨਾ ਬਹੁਤ ਇੰਪੋਰਟੈਂਟ ਹੈ, ਕਿਉਂਕਿ ਅਸੀਂ ਨਵੀਂ ਜਨਰੇਸ਼ਨ ਜਿਹੜੀ ਹੈ, ਜਾਂ ਫਿਰ ਹੁਣ ਜਿਹੜੀ ਮਿਡਲ ਏਜਡ ਵੀ ਨੇ, ਜਾਂ ਕੋਈ ਵੀ ਇੱਦਾਂ ਦੇ ਜਿਹੜੀ ਜਨਰੇਸ਼ਨ ਹੈ ਸਾਨੂੰ ਇਹ ਸੁਣ ਰਹੀ ਹੈ, ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਹਰ ਚੀਜ਼ ਦਾ ਇਲਾਜ ਜਿਹੜਾ ਨਸ਼ਾ ਜਾਂ ਡਰੱਗਸ ਨਹੀਂ ਹੈ। ਇਹਨੂੰ ਤੁਸੀਂ ਜ਼ਰੂਰ ਆਪਣੀ ਜ਼ਿੰਦਗੀ ਨੂੰ ਸੁਧਾਰੋ ਔਰ ਇਹਨਾਂ ਚੀਜ਼ਾਂ ਤੋਂ ਦੂਰ ਰਹੋ। ਔਰ ਜੇ ਮੈਂ ਕਹਿੰਦਾ ਕਿ ਜੇ ਬਹੁਤ ਇਹਨਾਂ ਨੂੰ ਲੋੜ ਹੀ ਪੈਂਦੀ ਹੈ ਕਿ ਪਤਾ ਨਹੀਂ ਕਿਹੜਾ ਇਹਨਾਂ ਨੇ ਡਰੱਗ ਕਰਨਾ, ਕੀ ਨਹੀਂ ਕਰਨਾ, ਜਿਹੜੀ ਲੀਗਲ ਚੀਜ਼ਾਂ ਨੇ ਰਿਸਰਚ ਕਰੋ, ਹਰ ਚੀਜ਼ ਕਰੋ, ਤੇ ਉਸ ਤੋਂ ਬਾਅਦ ਹੀ ਜਿਹੜੀ ਜੇ ਸਰਕਾਰ ਜੋ ਸਰਕਾਰ ਨੇ ਅਲਾਉ ਕੀਤਾ ਉਹ ਦੇਖ ਪਰਖ ਕੇ ਕਰੋ, ਤਾਂ ਜੋ ਤੁਹਾਨੂੰ ਓਵਰਡੋਜ਼ ਨਾ ਹੋਵੇ। ਓਵਰਡੋਜ਼ ਕਰਕੇ ਆਪਣਾ ਮੇਨ ਕੰਸਰਨ ਸ਼ਵੀ ਜੀ ਅਵੇਅਰਨੈਸ
ਕਰਨ ਦਾ ਜਿੰਨਾ ਕੁ ਆਪਾਂ ਜੋ ਵੀ ਕਰਦੇ ਆ, ਆਪਾਂ ਤਾਂ ਰਿਕੁਐਸਟ ਕਰ ਸਕਦੇ ਆ ਵੀ ਜਿਹੜੀ ਸਾਰੇ ਸਾਡੇ ਸੁਣਨ ਵਾਲੇ ਆ ਜਾਂ ਜੋ ਵੀ ਦੁਨੀਆ ਭਰ ਦੇ ਵਿੱਚ ਆ, ਵੀ ਇਸ ਕੰਮ ਤੋਂ ਪਾਸੇ ਰਹੋ, ਇਹਦੇ ਵਿੱਚ ਪਾਓ ਹੀ ਨਾ, ਬਿਕੋਜ਼ ਇਹਦੇ 'ਚ ਤੁਹਾਡੀ ਲਾਈਫ ਹੈ ਨਾ ਜਿਹੜੀ ਠੀਕ ਨਹੀਂ ਹੋਣੀ, ਇਹ ਖਰਾਬ ਹੀ ਹੋਣੀ ਹੈ, ਖਰਾਬ ਹੋ ਜਾਣੀ ਜੀ। ਬਿਲਕੁਲ ਜੀ। ਸੋ ਭਾਈ ਸਮਾਂ ਹੋ ਗਿਆ ਹੈ ਸਾਡੀ ਹੁਣ ਉਡਾਨ ਭਰਨ ਦਾ ਕਾਰ ਦੇ ਵਿੱਚ, ਤੇ ਚਲਿਏ ਫਿਰ ਲੈ ਕੇ ਚਲਿਏ ਤੁਹਾਨੂੰ। ਬਿਲਕੁਲ ਜੀ, ਤੁਸੀਂ ਜੋ ਹੁਕਮ ਕਰੋਗੇ ਤੇ ਫਿਰ ਆਪਾਂ ਜਵਾਬ ਥੋੜ੍ਹਾ ਦੇ ਸਕਦੇ। ਨਹੀਂ, ਮੈਂ ਤੁਹਾਨੂੰ ਤਾਂ ਪੁੱਛਦਾ ਹੁੰਦਾ ਕਿ ਜਿਹੜਾ ਉਹ ਜਾਣ ਦਾ ਪਰਮਿਟ ਲੱਗਦਾ ਨਾ, ਉਹ ਤੁਹਾਡੇ ਕੋਲ ਹੈ। ਅੱਛਾ, ਟਿਕਟ ਲੱਗਦੀ ਹੁੰਦੀ ਹੈ ਸਾਡੀ ਸ਼ਾਇਰੀ ਲੱਗਦੀ ਹੁੰਦੀ ਹੈ। ਅੱਛਾ, ਉਹ ਜਿਹੜੀ ਤੁਹਾਡੇ ਉਹ ਜਿਹੜੀ ਲਾਲ ਡਾਇਰੀ ਹੈ ਉਹ ਕੱਢੋ ਜੀ, ਤਾਂ ਸਾਡੀ ਐਂਟਰੀ ਹੋ ਸਕੇ ਪੰਜਾਬ 'ਚ। ਹਾਂ ਬਿਲਕੁਲ ਜੀ, ਉਹ ਤਾਂ ਲਾਲ ਡਾਇਰੀ ਤਾਂ ਆ ਜਾਣੀ ਹੈ। ਲਾਲ ਡਾਇਰੀ ਤਾਂ ਤੁਹਾਨੂੰ ਕੁਛ ਨਾ ਕੁਛ ਕਹਿੰਦੀ ਰਹਿੰਦੀ ਹੈ ਜੀ, ਤੇ ਅੱਜ ਕੋਈ ਹੋਰ ਨਵੀਂ ਚੀਜ਼ ਕਹਿ ਦੂਗੀ ਜੀ, ਤੇ ਉਹਦਾ ਜ਼ਰੀਆ ਮੈਂ ਬਣ ਜਾਣਾ ਸੁਣਾਉਣ ਦਾ ਤੁਹਾਨੂੰ। ਵਾਹ ਵਾਹ ਜੀ ਵਾਹ। ਲਿਆਓ ਜੀ ਫਿਰ, ਪਹੁੰਚਣ ਲੱਗਿਆ ਇੰਡੀਆ, ਐਂਟਰੀ ਤੋਂ ਪਹਿਲਾਂ ਜਿਹੜਾ ਪਰਮਿਟ ਆ ਸੁਣਾਓ ਜੀ। ਉਹ ਕਹਿੰਦੇ ਜੀ, ਕੋਈ ਹਾਲਾਤ ਨਹੀਂ ਸਮਝਦਾ, ਕੋਈ ਹਾਲਾਤ ਨਹੀਂ ਸਮਝਦਾ, ਕੋਈ ਜਜ਼ਬਾਤ ਨਹੀਂ ਸਮਝਦਾ, ਆਹਾ, ਗੁੱਸੇ ਨੂੰ ਤਾਂ ਹਰ ਕੋਈ ਦੇਖ ਲੈਂਦਾ, ਗੁੱਸੇ ਨੂੰ ਤਾਂ ਹਰ ਕੋਈ ਦੇਖ ਲੈਂਦਾ, ਗੁੱਸੇ ਪਿੱਛੇ ਲੁਕਿਆ ਕੋਈ ਪਿਆਰ ਨਹੀਂ ਸਮਝਦਾ। ਹਾਏ 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 ਹਾਏ, ਕੀ ਬਾਤ ਹੈ ਜੀ, ਕੀ ਬਾਤ ਹੈ, ਵਾਹ। ਇਹ ਹੁਣ ਜੋ ਵੀ ਤੁਹਾਡੇ ਤੋਂ ਗੁੱਸਾ ਹੋਇਆ ਉਹਨੂੰ ਪਤਾ ਲੱਗ ਜਾਣਾ ਕਿ ਤੁਸੀਂ ਗੁੱਸੇ ਏਦਾਂ ਨਹੀਂ ਹੋਏ, ਉਹਦੇ ਪਿੱਛੇ ਪਿਆਰ ਬਹੁਤ ਹੈ। ਹਾਂ ਬਿਲਕੁਲ ਜੀ, ਪਿਆਰ ਤਾਂ ਹੁੰਦਾ ਹੀ ਹੈ। ਇਹ ਮੇਰੇ ਲਈ ਨਹੀਂ ਹੋ ਸਕਦਾ ਨਾ, ਆਪਣੇ ਮੇਰੇ ਨਾਲ ਤੁਸੀਂ ਗੁੱਸਾ ਨਹੀਂ ਹੋਏ, ਪਿਆਰ ਜ਼ਰੂਰ ਹੈ, ਪਰ ਇਹ ਕਿਸੇ ਹੋਰ ਲਈ ਅੱਜ ਤਾਂ ਫੜੇਗੇ ਤੁਸੀਂ ਰਾਏ ਸਾਹਿਬ। ਇਹ ਠੀਕ ਹੈ, ਇਹ ਤਾਂ ਪਹੁੰਚ ਗਿਆ ਜਿੱਥੇ ਪਹੁੰਚਣਾ ਸੀ, ਤੀਰ ਨਿਸ਼ਾਨੇ ਪਰ। ਹਾਂ ਮੇਰੇ ਸਿਰ ਲਾ ਦਿਆ ਕਰੋ। ਇਹ ਪਤਾ ਕੀ ਹੈ, ਇਹ ਜਦੋਂ ਤੁਸੀਂ ਇੱਥੇ ਆਣਾ ਹੁੰਦਾ ਜਾਂ ਇੱਥੋਂ ਜਾਣਾ ਹੁੰਦਾ ਉਦੋਂ ਰੋਮਾਂਟਿਕ ਚੱਲਦੀ ਹੁੰਦੀ ਹੈ। ਇੱਥੋਂ ਜਦੋਂ ਜਾਂਦੇ ਹੋ ਕਲੋਨਾ ਉਦੋਂ ਸੈਡ ਹੁੰਦੀ ਹੈ, ਜਦੋਂ ਵਾਪਸ ਆ ਰਹੇ ਹੁੰਦੇ ਹੋ ਤੇ ਹੁਸਨ ਹੁਣ ਮਨਾਉਣ ਵਾਲੀ ਹੋ ਗਈ ਹੈ। ਸੋ ਅਸੀਂ ਸਮਝਦੇ ਹਾਂ ਭਾਜੀ। ਚਲੋ ਠੀਕ ਹੈ, ਵੈਰੀ ਗੁੱਡ, ਤੁਸੀਂ ਵੀ ਇਨਸਾਨ ਹੋ। ਕੋਈ ਨਹੀਂ, ਤੁਹਾਡੀ ਸ਼ੇਰੋ ਸ਼ਾਇਰੀ ਦੇ ਵਿੱਚ ਔਰ ਕਹਿੰਦੇ ਨਾ ਦਿਲ ਦੇ ਤੀਰ ਦੇ ਉੱਪਰੋਂ ਅਸੀਂ ਤੀਰ ਵਾਂਗੂ ਪਹੁੰਚ ਗਏ ਹਾਂ ਬਿਲਕੁਲ ਉਸੇ ਸਪੀਡ ਦੇ ਨਾਲ ਪੰਜਾਬ। ਔਰ ਇੱਥੋਂ ਇੱਕ ਬੜੀ ਇੰਟਰਸਟਿੰਗ ਖਬਰ ਆ ਰਹੀ ਹੈ ਭਾਜੀ, ਜਿੱਥੇ ਅਸੀਂ ਨਾ ਕਈ ਡਿਸਕਸ਼ਨਾਂ ਵੀ ਕੀਤੀਆਂ ਨੇ ਪਿੱਛੇ ਅਸੀਂ ਕਈ ਪ੍ਰੋਗਰਾਮਾਂ ਦੇ ਵਿੱਚ, ਜਦੋਂ ਅਸੀਂ ਕਹਿੰਦੇ ਹਾਂ ਕਿ ਜਿਹੜੇ ਰਿਲੀਜੀਅਸ ਪਲੇਸਿਸ ਹੁੰਦੇ ਨੇ ਆਲ ਓਵਰ ਦਾ ਵਰਲਡ ਕਹਿ ਲਓ ਜਾਂ ਸਪੈਸ਼ਲੀ ਇੰਡੀਆ ਦੇ ਵਿੱਚ, ਜਿਸ ਦੇ ਵਿੱਚ ਕੋਈ ਵੀ ਭਾਵੇਂ ਗੁਰਦੁਆਰਾ ਸਾਹਿਬ ਹੋਵੇ, ਕੋਈ ਮੰਦਿਰ ਹੋਵੇ, ਕੋਈ ਵੀ ਰਿਲੀਜੀਅਸ ਕਿਸੇ ਵੀ ਤਰ੍ਹਾਂ ਦੇ ਰਿਲੀਜੀਅਸ ਪਲੇਸ ਹੋਵੇ, ਉਹਦੇ ਤੇ ਇੱਕ VIP ਰੂਟ ਹੁੰਦਾ ਕਿ ਤੁਸੀਂ ਲਾਈਨ ਤੋਂ ਬਚ ਕੇ ਜਾ ਸਕਦੇ ਹੋ ਜੀ। ਉਹ ਹੁਣ VIP ਰੂਟ ਦਾ ਕ੍ਰਾਈਟੇਰੀਆ ਕੀ ਹੁੰਦਾ ਉਹ ਤਾਂ ਨਹੀਂ ਮੈਨੂੰ ਪਤਾ, ਪਰ ਉਹ ਜਿਹੜੀ ਇੱਕ ਚੀਜ਼ ਹੈ ਉਹ ਕਈ ਲੋਕ ਡਿਸਕਸ਼ਨਾਂ ਦੇ ਵਿੱਚ ਕਈ ਲੋਕਾਂ ਨੇ ਕਿਹਾ ਇਹ ਬਿਲਕੁਲ ਨਹੀਂ ਹੋਣੀ ਚਾਹੀਦੀ। ਭਾਵੇਂ ਕੋਈ ਵੀ ਆਵੇ ਉਹਨੂੰ ਲਾਈਨ 'ਚ ਲੱਗ ਕੇ ਜਿਵੇਂ ਨੋਰਮਲ ਡਿਵੋਟੀ ਉਹਦੀ ਤਰ੍ਹਾਂ ਹੀ ਜਾਣਾ ਚਾਹੀਦਾ। ਉਹ ਕਈ ਲੋਕ ਕਹਿੰਦੇ ਨੇ ਨਹੀਂ ਜੀ, ਜੇ VIP ਹੈ ਉਹਦੇ ਕੋਲ ਇੰਨਾ ਸਮਾਂ ਨਹੀਂ ਹੈ, ਟਾਈਮ ਨਹੀਂ ਹੈ, ਸਿਕਿਉਰਿਟੀ ਕੰਸਰਨਸ ਨੇ, ਸਪੈਸ਼ਲੀ ਜੇ ਕੋਈ ਪ੍ਰਧਾਨ ਮੰਤਰੀ ਨੇ ਮੱਥਾ ਟੇਕਣਾ ਹੋਵੇ ਕਿਤੇ, ਤੇ ਫਿਰ ਆਬਵੀਅਸਲੀ ਉਹ ਸਿਕਿਉਰਿਟੀ ਇੰਨੀ ਕੁ ਜ਼ਿਆਦਾ ਹੋਏਗੀ ਕਿ ਉਹਦੇ ਕਰਕੇ ਲੋਕ ਜਿਹੜੇ ਨੇ ਪ੍ਰਭਾਵਿਤ ਹੋਣਗੇ, ਆਮ ਜਨਤਾ ਨੂੰ ਉਹਦਾ ਅਸਰ ਹੋ ਸਕਦਾ। ਸੋ ਉਹਨਾਂ ਨੂੰ ਘੱਟੋ ਘੱਟ ਉਹ ਉਸ VIP ਸਟੈਚਰ ਦਾ ਬੰਦਾ ਘੱਟੋ ਘੱਟ ਉਹਨਾਂ ਨੂੰ VIP ਰੂਟ ਦਿੱਤਾ ਜਾਵੇ। ਪਰ ਕਈ ਲੋਕ ਇਸ ਚੀਜ਼ ਦਾ ਮਿਸਯੂਜ਼ ਵੀ ਕਰਦੇ ਨੇ। ਦੇਖੋ ਸ਼ਬੀ ਜੀ, ਮੈਂ ਨਾ ਪਹਿਲਾਂ ਗੱਲ ਕਰੂੰਗਾ VIP ਦੀ ਜੀ। ਜਿਹਨੇ ਗੁਰਦੁਆਰੇ ਜਾਣਾ, ਮੰਦਿਰ ਜਾਣਾ ਜਾਂ ਚਰਚ ਜਾਣਾ, ਜਿੱਥੇ ਵੀ ਜਾਣਾ, ਹਾਂਜੀ ਜੀ, ਜੇ ਉਹਦੇ ਕੋਲ ਟਾਈਮ ਨਹੀਂ ਨਾ ਉੱਥੇ ਜਾ ਕੇ ਜੋ ਜਿਹੜਾ ਪ੍ਰੋਸੈਸ ਹੈ ਉਹਦੇ ਮੁਤਾਬਕ ਜਾਣ ਦਾ, ਤਾਂ ਉਹ ਜਾਵੇ ਨਾ। ਜਿਹੜਾ VIP ਵਾਲਾ ਜਿਹੜੀ ਗੱਲ ਆਪਾਂ ਅੱਜ ਕਰਨੀ ਹੈ, ਮੇਰੇ ਹਿਸਾਬ ਨਾਲ ਉਹ ਬਹੁਤ ਗਲਤ ਹੈ। ਜਦੋਂ ਤੁਸੀਂ ਦੇਖੋ ਗੁਰਦੁਆਰੇ ਜਾਂਦੇ ਆ, ਗੁਰਦੁਆਰੇ ਹਰੇਕ ਬੰਦਾ ਬਰਾਬਰ ਹੈ, ਤੇ ਉਹ ਤਾਂ ਫਿਰ ਇਹ ਵੀ ਆ ਗਿਆ, ਜੇ ਅਗਲੀ ਚੀਜ਼ ਆ ਜੂਗੀ ਜਿਹੜਾ VIP ਹੈ, ਜਿਹੜਾ ਉਹ VIP ਲਾਈਨ ਵਿੱਚ ਦੀ ਲੰਘ ਕੇ ਮੱਥਾ ਟੇਕ ਲਿਆ, ਤੇ ਉਹਦੇ ਵਾਸਤੇ ਫਿਰ ਜਿਹੜਾ ਲੰਗਰ ਆ ਉਹ ਵੀ VIP ਰੂਮ 'ਚ ਚਾਹੀਦਾ। ਸਹੀ ਗੱਲ ਹੈ। ਫਿਰ ਉਹਦੇ ਵਾਸਤੇ ਸੈਪਰੇਟ ਬਣਾਇਆ ਹੋਵੇ ਉਹ
ਕਮਰਾ ਜਿੱਥੇ ਚੰਗਾ Suite। ਕੁਰਸੀਆਂ ਲੱਗੀਆਂ ਹਾਂਜੀ। ਹੋਣ, ਟੇਬਲ ਹਾਂਜੀ। ਹੋਵੇ ਤੇ ਉਹ ਬਹਿ ਕੇ ਆਪਦਾ ਮੌਜ ਨਾਲ ਖਾਵੇ। ਪਰ ਜਦੋਂ ਤੁਸੀਂ ਗੁਰਦੁਆਰੇ ਜਾਂਦੇ ਆ ਨਾ, ਉਹ ਇੱਕ ਵੱਖਰਾ ਸਿਸਟਮ ਹੈ। ਉਹ ਸਿਸਟਮ ਹੈ ਜਿਹੜਾ ਉਹ ਸਾਰਿਆਂ ਵਾਸਤੇ ਬਰਾਬਰ ਹੋਣਾ ਚਾਹੀਦਾ ਹੈ। ਜਦੋਂ ਤੁਸੀਂ ਬਿਲਕੁਲ। ਘਰੇ ਆ, ਤੁਸੀਂ ਘਰੇ ਆਪਦਾ ਜੋ ਮਰਜ਼ੀ ਕਰੋ। ਤੁਸੀਂ ਕਿਤੇ ਹੂੰ। ਫੰਕਸ਼ਨ ਤੇ ਜਾਣਾ ਜਾਂ ਤੁਸੀਂ ਕਿਤੇ ਹੋਰ ਜਗ੍ਹਾ ਤੇ ਜਾਣਾ, ਉੱਥੇ ਤੁਸੀਂ ਜੋ ਮਰਜ਼ੀ ਕਰੋ। ਪਰ ਜਦੋਂ ਤੁਸੀਂ ਗੁਰੂ ਘਰ ਚਲੇ ਗਏ, ਮੰਦਿਰ ਹੋ ਗਿਆ, ਗੁਰੂ ਘਰ ਹੋ ਗਿਆ, ਜਾਂ ਜੋ ਵੀ ਚਰਚ ਹੋ ਗਿਆ, ਜਿੱਥੇ ਵੀ ਤੁਸੀਂ ਗਏ ਆ, ਉੱਥੇ ਜਿਹੜੀ ਲਾਈਨ ਹੈ ਨਾ, ਉਹ ਲਾਈਨ ਨੂੰ ਤੁਸੀਂ ਫੋਲੋ ਕਰੋ ਜੀ। ਉਹ ਲਾਈਨ ਔਰ ਜੇ ਨੂੰ। ਨਹੀਂ ਕਰ ਸਕਦੇ ਫਿਰ ਨਾ ਜਾਓ। ਫਿਰ ਜੇ ਤੁਸੀਂ ਨਹੀਂ ਜਾ ਸਕਦੇ, ਜੇ ਤੁਹਾਡੇ ਕੋਲ ਟਾਈਮ, ਹਾਂਜੀ ਹਾਂਜੀ ਬਿਲਕੁਲ ਸਹੀ ਗੱਲ। ਉਹੀ ਮੈਂ ਗੱਲ ਕਰਦਾ ਨਾ ਸ਼ਵੀ ਜੀ, ਜੇ ਤੁਹਾਡੇ ਕੋਲ ਟਾਈਮ ਨਹੀਂਗਾ ਤੇ ਤੁਸੀਂ ਨਾ ਜਾਓ। ਉਹ ਸਿਰਫ ਇੰਨਾ ਹੀ ਹੈ ਨਾ ਵੀ ਤੁਹਾਨੂੰ ਅੱਧਾ ਘੰਟਾ ਜਾਂ ਘੰਟਾ ਲਾਈਨ 'ਚ ਲੱਗਣਾ ਪਊਗਾ, ਤੇ ਹੁਣ ਤੁਸੀਂ ਉਹ VIP ਰੂਟ ਦੇ ਵਿੱਚ ਦੀ ਜਾ ਕੇ ਮੱਥਾ ਟੇਕ ਲਿਆ। ਕੱਲ ਆਪਾਂ ਇੱਕ ਜਿਹੜਾ ਸ਼ੇਅਰ ਕਰਿਆ ਸੀਗਾ ਵੀ ਜੇ ਤੁਸੀਂ ਪੁੰਨ ਕਰਦੇ ਆ ਨਾ ਜੀ, ਜੇ ਤੁਸੀਂ ਪਾਪ ਕਰਦੇ ਆ, ਪਾਪ ਕਰਨਾ ਚੰਗਾ ਨਹੀਂਗਾ, ਪਰ ਜੇ ਤੁਸੀਂ ਕੋਈ ਪੁੰਨ ਕਰਕੇ ਉਹਦਾ ਅਹਿਸਾਸ ਕਰਾਉਨੇ ਆ ਵੀ ਅਸੀਂ ਆਹ ਕਰਿਆ, ਉਹ ਉਦੋਂ ਵੀ ਜ਼ਿਆਦਾ ਪਾਪ ਹੈ। ਮਾੜੀ ਗੱਲ ਤੇ ਹੈ। ਬਿਲਕੁਲ ਇਹੀ ਸਹੀ ਗੱਲ ਚੀਜ਼ ਇੱਥੇ ਆਉਂਦੀ ਹੈ ਸ਼ਵੀ ਜੀ। ਜੇ ਤੁਸੀਂ ਗੁਰੂ ਘਰ ਗਏ ਆ, ਗੁਰੂ ਘਰ ਜਾ ਕੇ ਮੱਥਾ ਟੇਕਣਾ, ਤੁਸੀਂ ਫਿਰ ਕਾਹਦੀ ਖਾਤਰ ਗਏ ਆ ਉੱਥੇ? ਸੋ ਇਹ ਜਿਹੜਾ ਮਾਮਲਾ ਹੈ ਭਾਜੀ, ਉਸ ਦੇ ਵਿੱਚ ਇੱਕ ਬੰਦੇ ਨੇ ਜਦੋਂ ਆਪਣੀ ਫੈਮਿਲੀ ਦੇ ਨਾਲ ਜਦੋਂ ਉੱਥੇ ਗੁਰੂ ਘਰ ਪਹੁੰਚੇ, ਹਰਮੰਦਰ ਸਾਹਿਬ ਦੀ ਗੱਲ ਹੈ ਜੀ, ਨਾਲੇ ਅੰਮ੍ਰਿਤਸਰ ਦੇ ਵਿੱਚ, ਉਹਨਾਂ ਨੇ VIP ਲਾਈਨ, ਜਿਹੜੀ VIP ਲਾਈਨ ਉਹ ਹੁੰਦੀ ਹੈ ਜਿੱਥੋਂ ਐਕਚੁਅਲੀ ਲੋਕ ਵਾਪਸ ਆ ਰਹੇ ਹੁੰਦੇ ਨੇ। ਸੋ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ ਜੀ। ਉਹ ਸੇਵਾਦਾਰ ਸਾਹਿਬ ਨੇ ਉਹਨਾਂ ਨੂੰ ਰੋਕ ਲਿਆ ਔਰ ਉਹਨਾਂ ਨੇ ਬੰਦੂਕ ਜਿਹੜੀ ਹੈ ਕੱਢ ਕੇ ਉਹਨਾਂ ਨੂੰ ਧਮਕਾਉਣਾ ਸ਼ੁਰੂ ਕਰਤਾ ਕਿ ਤੁਸੀਂ ਜਾਣਦੇ ਨਹੀਂ ਮੈਂ ਕੌਣ। ਔਰ ਮੋਹਾਲੀ ਦੇ ਵਿੱਚ ਕਹਿੰਦੇ ਨੇ ਕਿਸੇ ਵੈਬ ਚੈਨਲ ਦੇ ਵਿੱਚ ਸ਼ਖਸ ਜਿਹੜੇ ਨੇ ਉਹ ਕੰਮ ਕਰਦੇ ਸੀ। ਹਾਂਜੀ। ਔਰ ਉਹਦੇ ਚ ਨਾ ਸ਼ਵੀ ਜੀ ਉਹਨਾਂ ਨੇ ਬੱਚੇ ਨੂੰ ਤੇ ਮੇਰਾ ਖਿਆਲ ਉਹਨਾਂ ਦੀ ਵਾਈਫ ਨੂੰ ਅਲਾਉ ਕਰਤਾ ਸੀਗਾ ਵੀ ਤੁਸੀਂ VIP ਜਿਹੜੀ ਰਸਤਾ ਉਹਦੇ 'ਚ ਜਾ ਸਕਦੇ, ਪਰ ਜਿਹੜਾ ਆਦਮੀ ਸੀ ਉਹਨੂੰ ਨਹੀਂ ਉਹਨਾਂ ਨੇ ਇਜਾਜ਼ਤ ਦਿੱਤੀ। ਉਦੋਂ ਫਿਰ ਉਹਨਾਂ ਨੇ ਗੱਲ ਕੀਤੀ। ਸੇਵਾਦਾਰ ਸਾਹਿਬ ਨੇ ਸੋਚਿਆ ਹੋਣਾ ਕਿ ਚਲੋ ਔਰਤ ਦਾ ਬੱਚਾ ਕਿ ਚਲੋ ਤੁਸੀਂ ਕੋਈ ਨਹੀਂ, ਤੁਸੀਂ ਜਾਓ, ਪਿਆਰ ਨਾਲ ਉਹਨਾਂ ਨੇ ਕਰਤਾ। ਉਹ ਦੇਖੋ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਉਹਨਾਂ ਨੇ ਐਜ਼ ਅ VIP ਨਹੀਂ ਉਹਨਾਂ ਨੂੰ ਜਾਣ ਦਿੱਤਾ ਹੋਣਾ, ਉਹਨਾਂ ਨੇ ਕਰਟਸੀ ਸੇ ਕਿ ਚਲੋ ਬੱਚਾ ਹੈ ਤੇ ਔਰਤ ਚੱਲ, ਹਨਾ। ਪਰ ਇਸ ਬੰਦੇ ਨੇ ਜਦੋਂ ਕੰਸਰਨ ਇਹ ਨਹੀਂ ਹੈ ਕਿ ਬਹਿਸਬਾਜ਼ੀ ਹੋਈ ਜਾਂ ਕੁਝ ਹੋਇਆ, ਹਾਦਸਾ ਨਹੀਂ ਹੋਇਆ, ਸ਼ੁਕਰ ਹੈ, ਪਰ ਉਹਨਾਂ ਨੇ ਜਦੋਂ ਬੰਦੂਕ ਕੱਢ ਕੇ ਸੇਵਾਦਾਰ ਸਾਹਿਬ ਦੇ ਅੱਗੇ ਲਾਤੀ, ਇਸ ਦੇ ਵਿੱਚ ਇੱਕ ਬਹੁਤ ਹੀ ਵੱਡਾ ਸਵਾਲ ਖੜਾ ਹੋ ਜਾਂਦਾ ਕਿ ਕਿੱਥੇ ਸਾਡੀ ਜਿਹੜੀ ਕਮਿਊਨਿਟੀ ਕਿੱਥੇ ਜਾ ਰਹੀ ਹੈ ਭਾਈ, ਕਿ ਇੱਕ ਮੱਥਾ ਟੇਕਣ ਲਈ ਤੁਸੀਂ ਬੰਦੂਕ ਦਿਖਾ ਰਹੇ ਹੋ। ਦੇਖੋ ਸ਼ਵੀ ਜੀ, ਮੱਥਾ ਟੇਕਣ ਵਾਸਤੇ ਜਿਹੜੀ ਬੰਦੂਕ ਹੈ ਨਾ, ਉਹਨੂੰ ਸ਼ਬਦਾਂ ਇੰਨੀ ਹੋਊਗੀ ਵੀ ਉਹ ਵੇਟ ਨਹੀਂ ਕਰ ਸਕਦਾ, ਉਹ ਛੇਤੀ ਮੱਥਾ ਟੇਕਣਾ ਉਹਨੇ ਜਾ ਕੇ। ਨਹੀਂ ਫਿਰ ਤੂੰ ਬੰਦੂਕ ਦਿਖਾ ਕੇ ਮੱਥਾ ਟੇਕੋਗੇ ਤਾਂ ਕਾਹਦਾ ਮੱਥਾ ਹੋਇਆ ਭਾਈ? ਨਹੀਂ, ਮੈਂ ਉਹੀ ਕਹਿੰਦਾ ਨਾ ਵੀ ਉਹਨੇ ਛੇਤੀ ਜਾ ਕੇ ਮੱਥਾ ਟੇਕਣਾ ਸੀ। ਫਿਰ ਕਾਹਦੀ ਭਗਤੀ ਹੋਈ? ਕਿਸ ਨੂੰ ਡਰਾ ਕੇ, ਕਿਸ ਨੂੰ ਧਮਕਾ ਕੇ, ਆਪਣੀ ਪੋਜੀਸ਼ਨ ਦੱਸ ਕੇ ਤੁਸੀਂ ਗੁਰੂ ਘਰ 'ਚ ਦੱਸੇ ਤੈਨੂੰ ਪਤਾ ਨਹੀਂ ਮੈਂ ਕੌਣ ਆ। ਔਰ ਇੱਕ ਆਪਣੇ ਆਪ ਨੂੰ ਜਰਨਲਿਸਟ ਕਹਿੰਦੇ ਸੀ ਜੀ, ਔਰ ਉੱਥੇ ਜਾ ਕੇ ਉਹਨਾਂ ਨੇ ਪੂਰਾ ਆਪਣਾ ਰੋਬ ਦਿਖਾ ਕੇ, ਬੰਦੂਕ ਦਿਖਾ ਕੇ ਉੱਥੇ ਬਹੁਤ ਕੋਸ਼ਿਸ਼ ਕੀਤੀ, ਪਰ ਸੇਵਾਦਾਰ ਸਾਹਿਬ ਵੀ ਬਿਲਕੁਲ ਟਸ ਤੋਂ ਮਸ ਨਹੀਂ ਹੋਏ। ਔਰ ਇਹ ਦੇਖ ਕੇ ਜਿਹੜੇ ਹੋਰ ਵੀ ਉੱਥੇ ਸ਼ਰਧਾਲੂ ਸੀ ਜਿਹੜੇ ਲਾਈਨ 'ਚ ਖੜੇ ਸੀ, ਉਹਨਾਂ ਨੇ ਵੀ ਫਿਰ ਪੂਰਾ ਕੀਤੀ ਸੇਵਾ ਇਨ ਪੱਤਰਕਾਰ ਸਾਹਿਬ ਦੀ, ਤੇ ਸਾਰੀ ਜਿਹੜੀਆਂ ਖਬਰਾਂ ਬਾਹਰ ਆ ਗਈਆਂ ਉਹਨਾਂ ਦੀਆਂ। ਤੇ ਉਸ ਤੋਂ ਬਾਅਦ ਤੁਸੀਂ ਇਹ ਦੇਖ ਲਓ ਕਿ ਉਹਨਾਂ ਦੇ ਖਿਲਾਫ ਕੋਈ ਵੀ FIR ਫੇਰ ਵੀ ਗੁਰਦੁਆਰਾ ਸਾਹਿਬ ਵੱਲੋਂ, ਕਮੇਟੀ ਵੱਲੋਂ ਨਹੀਂ ਦਰਜ ਕੀਤੀ ਗਈ ਜੀ, ਔਰ ਉਹਨਾਂ ਨੂੰ ਫੇਰ ਵੀ ਛੱਡ ਦਿੱਤਾ ਗਿਆ। ਮੱਥਾ ਟੇਕ ਲਿਆ ਕਿ ਨਹੀਂ ਇਹ ਨਹੀਂ ਪਤਾ, ਫਿਰ ਨਹੀਂ ਟੇਕਿਆ ਹੋਣਾ। ਪਰ VIP ਕਲਚਰ ਜਿਹੜਾ ਹੈ ਭਾਜੀ, ਔਰ ਜਿਹੜੀ ਕਹਿ ਲਓ ਕਿ ਬਹਿਸ ਵਸਾਈ ਹੈ ਔਰ ਹਰ ਚੀਜ਼ ਹੈ, ਤੁਸੀਂ ਇਹ ਦੇਖ ਲਓ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੇਰ ਵੀ ਦੇਖੋ ਇੱਕ ਕਹਿੰਦੇ ਨਾ ਬੜੱਪਨ ਦਿਖਾਇਆ ਗਿਆ ਕਿ ਉਹਨਾਂ ਨੂੰ ਕੋਈ ਉਹਦੇ 'ਚ ਕਹਿੰਦੇ ਨਾ ਖੁੰਦਕਬਾਜ਼ੀ ਜਾਂ ਕੁਛ ਓਦਾਂ ਨਹੀਂ ਦਿਖਾਇਆ ਕਿ ਜਾ ਹੁਣ ਤੈਨੂੰ ਦੱਸਦੇ ਹਾਂ ਅਸੀਂ ਵੀ ਕੌਣ ਆ, ਜੇਲ੍ਹ 'ਚ ਪਾ ਦਿੰਦੇ ਜਾਂ ਕੁਛ ਕਰ ਦਿੰਦੇ, FIR ਦਰਜ ਕਰ ਦਿੰਦੇ, ਕੁਛ ਨਹੀਂ ਕੀਤਾ ਗਿਆ ਜੀ। ਔਰ ਬਾਅਦ 'ਚ ਜਦੋਂ ਉਹਨਾਂ ਦੀ ਚੰਗੀ ਸੇਵਾ ਹੋਈ ਤੇ ਉਹਨਾਂ ਨੇ ਵੀ ਆਪਣੀ ਜਿਹੜੀ ਗਲਤੀ ਹੈ ਉਹ ਮੰਨੀ ਹੈ, ਪਰ ਇਹ ਫਿਰ it was too late I guess। ਚਲੋ ਗਲਤੀ ਮੰਨ ਲਈ, ਇੰਨਾ ਵੀ ਬਹੁਤ ਆ। ਤੇ ਸੇਵਾ ਜਿਹੜੀ ਕਰਾ ਲਈ, ਉਹ ਜਿਵੇਂ ਕਹਿੰਦੇ ਆ ਵੀ ਮੱਥਾ
ਟੇਕਣ ਨਾਲੋਂ ਜ਼ਿਆਦਾ ਵੈਲਿਊ ਰੱਖਦੀ ਹੈ। ਹਾਂਜੀ ਹਾਂਜੀ, ਪਰ ਇਹ ਅਗੇਨ ਇੱਕ ਡਿਬੇਟ ਭਾਜੀ, ਡਿਬੇਟ ਦਾ ਵਿਸ਼ਾ ਜਿਹੜਾ ਖੋਲ ਦਿੰਦੀ ਹੈ। ਇਹ ਜਿਹੜਾ VIP ਕਲਚਰ ਚੱਲਦਾ ਸਪੈਸ਼ਲੀ ਰਿਲੀਜੀਅਸ ਪਲੇਸਿਸ ਤੇ, ਕਈ ਡਿਬੇਟਸ ਕੀਤੀਆਂ ਜੀ ਇੱਥੇ। ਸੋ ਇਹ ਠੀਕ ਚੀਜ਼ ਹੈ ਜਾਂ ਗਲਤ ਚੀਜ਼ ਹੈ? ਜਾਂ ਜੇ ਠੀਕ ਹੈ ਤੇ ਕਿਹਦੇ ਲਈ ਕਿੱਦਾਂ ਦਾ VIP ਹੋਣਾ ਚਾਹੀਦਾ? ਜਿਵੇਂ ਮੈਂ ਕਿਹਾ ਪ੍ਰਧਾਨ ਮੰਤਰੀ ਵਰਗਾ ਹੋਣਾ ਚਾਹੀਦਾ, ਜਾਂ ਫਿਰ ਕੋਈ ਐਕਟਰ ਸ਼ਾਹਰੁਖ ਖਾਨ, ਆਮਿਰ ਖਾਨ, ਸਨੀ ਦਿਓਲ ਸਾਹਿਬ ਜੋ ਚੱਲ ਜਾਂਦੇ ਨੇ ਉਹਨਾਂ ਲਈ ਵੀ ਫਿਰ ਹੋਣਾ ਚਾਹੀਦਾ, ਜਾਂ ਫਿਰ ਇਹ ਜਰਨਲਿਸਟ ਜਿਵੇਂ ਹੈ ਫਿਰ ਇਹਨਾਂ ਲਈ ਵੀ ਹੋਣਾ ਚਾਹੀਦਾ? ਉਹ VIP ਹੈ ਕੌਣ ਭਾਜੀ ਜਿਨ੍ਹਾਂ ਨੂੰ ਦੇਖੋ ਉੱਥੇ ਵੇ ਦਿੱਤਾ ਜਾਵੇ ਕਿ ਜਾਓ ਤੁਸੀਂ ਮੱਥਾ ਟੇਕ ਸਕਦੇ ਹੋ? ਮੈਂ ਬਿਲਕੁਲ ਇਹਦੇ ਹੱਕ 'ਚ ਨਹੀਂਗਾ ਵੀ VIP ਉੱਥੇ ਜਾ ਕੇ, ਕੋਈ VIP ਨੂੰ ਉੱਥੇ ਜਾਣ ਦੀ ਲੋੜ ਹੀ ਨਹੀਂ ਜੇ ਤੁਹਾਡੇ ਕੋਲ ਟਾਈਮ ਹੈ ਨਹੀਂ ਜੀ। ਉਸ ਜਗ੍ਹਾ ਤੇ ਜਾ ਕੇ ਨਾ ਸਾਰੇ ਲੋਕ, ਵੱਡਾ ਛੋਟਾ, ਅਮੀਰ ਹੈ ਗਰੀਬ ਹੈ, ਉਹ ਸਾਰੇ ਬਰਾਬਰ ਹੈ ਸ਼ਵੀ ਜੀ। ਉੱਥੇ ਜਾ ਕੇ ਜੇ ਅਸੀਂ VIP ਦੀਆਂ ਗੱਲਾਂ ਕਰਦੇ ਆ ਨਾ, ਉਹ ਬਹੁਤ ਗਲਤ ਹੈ। ਉਹ ਤੁਹਾਡੀ ਜਿਹੜਾ ਵੀ ਇਨਸਾਨ ਹੈ ਨਾ, ਉਹਦੀ ਸੋਚ ਹੀ ਗਲਤ ਹੈ। ਐਵਰੀਡੇ ਹੁੰਦਾ ਭਾਜੀ। ਹਾਂ ਹੁੰਦਾ, ਬਿਲਕੁਲ ਹੁੰਦਾ। ਤੇ ਉਹ ਮੇਰੇ ਹਿਸਾਬ ਨਾਲ ਤਾਂ, ਮੈਂ ਤਾਂ ਇਹਦੇ ਹੱਕ 'ਚ ਨਹੀਂਗਾ, ਮੇਰੇ ਹਿਸਾਬ ਨਾਲ ਤਾਂ ਸਰੋਪਾ ਵੀ ਪਾਇਆ ਜਾਂਦਾ, ਉਹਨਾਂ ਨੂੰ ਪੂਰਾ ਵਧੀਆ ਟਰੀਟ ਵੀ ਕੀਤਾ ਜਾਂਦਾ, ਉਹਨਾਂ ਨੂੰ ਲੈ ਕੇ ਵੀ ਜਾਇਆ ਜਾਂਦਾ, ਹਰ ਚੀਜ਼ ਕੀਤੀ ਜਾਂਦੀ ਹੈ ਭਾਜੀ। ਸੋ ਜਦੋਂ ਕੋਈ ਅੱਜ ਕੱਲ ਨਵਾਂ ਹੀ ਟ੍ਰੈਂਡ ਚੱਲ ਪਿਆ ਪਿਛਲੇ 5-6 ਸਾਲਾਂ ਤੋਂ, ਜਦੋਂ ਕੋਈ ਮੂਵੀ ਰਿਲੀਜ਼ ਹੋਣੀ ਹੁੰਦੀ ਹੈ ਉਦੋਂ ਸਪੈਸ਼ਲੀ ਜਾਇਆ ਜਾਂਦਾ ਜੀ। ਤੇ ਓਦਾਂ ਕਦੇ ਸਪੈਸ਼ਲੀ ਗੁਰਦੁਆਰੇ ਜਾਂਦਾ ਬੰਦਾ ਮੈਂ ਘੱਟ ਹੀ ਦੇਖਿਆ ਜੀ। ਬਿਲਕੁਲ ਸਹੀ ਗੱਲ ਹੈ। ਜਿਹੜਾ ਬੰਦਾ ਉੱਥੇ ਸਪੈਸ਼ਲੀ ਜਾਵੇ ਕਿ ਮੈਂ ਪੰਜਾਬ ਜਾਣਾ ਜੀ, ਮੈਂ ਅੰਮ੍ਰਿਤਸਰ ਜਾਣਾ, ਮੈਂ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆਣਾ, ਇਹ ਬਹੁਤ ਘੱਟ ਹੋਇਆ ਹੋਵੇਗਾ। ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਹੁੰਦਾ, ਪਰ ਜਦੋਂ ਕੋਈ ਫਿਲਮ ਜਿਹੜੀ ਹੁਣ ਗਦਰ ਜਦੋਂ ਰਿਲੀਜ਼ ਹੋਣੀ ਸੀਗੀ ਤੇ ਸਨੀ ਦਿਓਲ ਸਾਹਿਬ ਵੀ ਉੱਥੇ ਪਹੁੰਚੇ ਸੀਗੇ, ਉਸ ਤੋਂ ਪਹਿਲਾਂ ਕਦੇ ਨਹੀਂ ਪਹੁੰਚੇ। ਉਸ ਤੋਂ ਪਹਿਲਾਂ ਤਾਂ ਗੁਰਦਾਸਪੁਰ ਨਹੀਂ ਪਹੁੰਚੇ ਆਪਣੀ, ਆਪਣੇ ਕਨਸਟੀਟਿਊਐਂਸੀ ਦੇ ਵਿੱਚ ਤਾਂ ਫੇਰ ਵੀ ਨਹੀਂ ਪਹੁੰਚੇ। ਬਿਲਕੁਲ ਸ਼ਵੀ ਜੀ, ਇਹ ਸਾਰਾ ਨਾ ਦੇਖੋ, ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਇਹ ਸਭ ਡਰਾਮਾ ਹੈ। ਹਾਂਜੀ, ਜੇ ਤੁਹਾਡਾ ਮੱਥਾ ਟੇਕਣ ਦਾ ਇੰਨਾ ਹੀ ਹੈ ਤਾਂ ਤੁਸੀਂ ਅੱਗੋਂ ਪਿੱਛੋਂ ਵੀ ਆ ਸਕਦੇ ਆ ਮੱਥਾ ਟੇਕਣ ਵਾਸਤੇ। ਹਾਂ, ਨਾਰਮਲ ਡੇਜ਼ ਤੇ ਜਾਓ ਤੁਸੀਂ। ਕਿਸੇ ਹੋਰ ਜਦੋਂ ਤੁਹਾਡੀ ਮੂਵੀ ਨਹੀਂ ਆ ਰਹੀ ਜਾਂ ਤੁਸੀਂ ਉੱਥੇ ਸ਼ੂਟਿੰਗ ਨਹੀਂ ਕਰ ਰਹੇ, ਆਸ-ਪਾਸ ਨਹੀਂ ਹੋ, ਫਲਾਈਟ ਫੜ ਕੇ ਜਾਓ, ਬੰਦੇ ਬਣ ਕੇ ਜਾਓ ਜਿਹਨੂੰ ਕਹਿੰਦੇ ਆ, ਲਾਈਨ 'ਚ ਖੜੋ, ਨਾਲ ਜਿਹੜੇ ਗਾਰਡਸ ਨੇ, ਮੰਨ ਲਿਆ ਤੁਹਾਡੀ ਸਿਕਿਉਰਿਟੀ ਹੈ, ਉਹਨਾਂ ਨੂੰ ਵੀ ਖੜਾਓ, ਉਹਨਾਂ ਨੂੰ ਵੀ ਮੱਥਾ ਟਿਕਾਓ। ਇਹਦੇ 'ਚ ਕੀ ਹੈ? ਤੁਹਾਨੂੰ ਇੱਕ ਨਾਰਮਲ ਪਬਲਿਕ ਤੋਂ ਜੇ ਡਰ ਹੈ ਫਿਰ ਜਾਓ ਹੀ ਨਾ। ਜੇ ਡਰ ਹੈ ਤਾਂ ਬਿਲਕੁਲ ਨਾ ਜਾਓ, ਹਨਾ। ਤੇ ਕੌਣ VIP ਹੈ, ਕੌਣ ਨਹੀਂ VIP, ਇਹਦੀ ਡਿਬੇਟ ਅਸੀਂ ਜ਼ਰੂਰ ਕਿਸੇ ਹੋਰ ਪ੍ਰੋਗਰਾਮ 'ਚ ਫਿਰ ਛੇੜਾਂਗੇ ਭਾਜੀ। ਤੇ ਅੱਜ ਲਈ ਮੈਨੂੰ ਲੱਗਦਾ ਸਾਡਾ ਜਿਹੜਾ ਸਮਾਂ ਹੋ ਗਿਆ ਵਾਪਸ ਜਾਣ ਦਾ ਹੋ ਗਿਆ, ਤੇ ਕੱਲ ਨੂੰ ਫੇਰ ਲਾਵਾਂਗੇ ਸੈਸ਼ਨ ਜੀ। ਕੱਲ ਨੂੰ ਮੈਨੂੰ ਲੱਗਦਾ ਤੁਸੀਂ ਆ ਜਾਣਾ, ਜ਼ਰੂਰ ਆ ਜਾਣਾ ਜੀ। ਬਸ ਠੀਕ ਹੈ, ਸਟੂਡੀਓ ਤੋਂ ਫਿਰ ਲਾਵਾਂਗੇ ਤੁੜਕਾ ਵਧੀਆ, ਤੇ ਕਰਾਂਗੇ ਜੀ ਪ੍ਰੋਗਰਾਮ ਦੀ ਡਿਸਕਸ਼ਨ, ਖਬਰਾਂ ਦੀ ਡਿਸਕਸ਼ਨ। ਔਰ ਮੈਂ ਫਿਰ ਇੱਕ ਵਾਰ ਆਪਣੀ ਆਡੀਅנס ਨੂੰ ਦੱਸਣਾ ਚਾਹੁੰਦਾ ਕਿ ਸਾਡਾ ਔਰ ਰਾਏ ਸਾਹਿਬ ਦਾ ਜਿਹੜਾ ਇਹ ਤਾਲਮੇਲ ਹੈ, ਜਾਂ ਜਿਹੜਾ ਖਬਰਾਂ ਦਾ ਪਹੁੰਚਾਉਣ ਦਾ ਜਿਹੜਾ ਤੁਹਾਡੇ ਤੱਕ ਜਿਹੜੇ ਪਹੁੰਚਾਉਣ ਦਾ ਇੱਕ ਜ਼ਰੀਆ, ਉਹ ਡਿਸਕਸ਼ਨ ਹੈ ਜੀ। ਤੁਹਾਡੇ ਤੱਕ ਜਿਹੜੀਆਂ ਖਬਰਾਂ ਨੂੰ ਡਿਸਕਸ ਕਰਕੇ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਹਾਂ, ਤਾਂ ਜੋ ਇਹਨਾਂ ਗੱਲਾਂ ਤੇ ਤੁਸੀਂ ਵੀ ਸੋਚੋ ਜੀ, ਇਹ ਕਿਉਂ ਹੋ ਰਿਹਾ। ਜੇ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ, ਟੈਕਸਿਸ ਦੀ ਗੱਲ ਕਰਦੇ ਹਾਂ, ਕਿਉਂ ਵੱਧ ਰਹੇ ਨੇ, ਕਿਉਂ ਨਹੀਂ ਵੱਧ ਰਹੇ। ਜੇ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ, VIP ਕਲਚਰ ਦੀ ਜਿਹੜੀ ਗੱਲ ਹੋਈ, ਇਟਸ ਅ ਟੌਪਿਕ, ਇਕੱਲੀ ਇੱਕ ਖਬਰ ਨਹੀਂ ਹੈ। ਸੋ ਹਰ ਟੌਪਿਕ ਨੂੰ ਲੈ ਕੇ ਤੁਹਾਡੇ ਤੱਕ ਅਸੀਂ ਏਦਾਂ ਹੀ ਹਾਜ਼ਰ ਹੁੰਦੇ ਰਹਾਂਗੇ। ਰਾਏ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਅੱਜ ਲਈ। ਧੰਨਵਾਦ ਸ਼ਵੀ ਜੀ। ਕੱਲ ਨੂੰ ਹੁੰਦੀ ਮੁਲਾਕਾਤ। ਧੰਨਵਾਦ ਜੀ ਤੁਹਾਡੇ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ। ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ, ਤੁਸੀਂ ਸਾਨੂੰ ਕਮੈਂਟ ਰਾਹੀਂ ਵੀ ਸਾਡੇ ਤੱਕ ਪਹੁੰਚ ਕਰ ਸਕਦੇ ਹੋ, WhatsApp ਰਾਹੀਂ ਵੀ ਕਰ ਸਕਦੇ ਹੋ, ਈਮੇਲ ਰਾਹੀਂ ਵੀ ਕਰ ਸਕਦੇ ਹੋ, ਫੋਨ ਨੰਬਰ ਰਾਹੀਂ ਵੀ ਕਰ ਸਕਦੇ ਹੋ। ਜੋ ਵੀ ਮੀਡੀਅਮ ਤੁਹਾਨੂੰ ਸੂਟ ਕਰਦਾ ਹੈ, ਤੁਸੀਂ ਸਾਨੂੰ ਕਾਲ ਕਰਕੇ, ਜਾਂ ਸਾਡੀ ਡਿਸਕਸ਼ਨ ਦਾ ਜੇ ਪਾਰਟ ਬਣਨਾ ਹੈ, ਤੁਸੀਂ ਕਮੈਂਟ ਜ਼ਰੂਰ ਕਰੋ, ਅਸੀਂ ਜ਼ਰੂਰ ਤੁਹਾਨੂੰ ਰਿਪਲਾਈ ਕਰਾਂਗੇ। ਤੇ ਉਹ ਜਿਹੜੀ ਡਿਸਕਸ਼ਨ ਹੈ ਕਮੈਂਟਸ ਦੇ ਵਿੱਚ ਵੀ ਅਸੀਂ ਛੇੜਾਂਗੇ ਜੀ, ਉਹਨੂੰ ਅਸੀਂ ਹੋਰ ਇਲੈਬੋਰੇਟ ਕਰਕੇ ਤੁਹਾਡੇ ਤੱਕ ਪਹੁੰਚਾ ਸਕਦੇ ਹਾਂ। ਤੁਹਾਡੇ ਮਨ ਦੇ ਵਿੱਚ ਕੋਈ ਟੌਪਿਕ ਹੈ ਤਾਂ ਵੀ ਸਾਨੂੰ ਦੱਸੋ ਜੀ। ਅਸੀਂ ਇੱਕ ਹੋਰ ਜਿਹੜੇ ਸਾਡੇ ਪ੍ਰੋਗਰਾਮਸ ਨੇ, ਜਿਵੇਂ B ਸਪੈਸ਼ਲ ਹੋ ਗਿਆ, ਡਿਸਕਸ਼ਨਸ ਹੋ ਗਈਆਂ, ਉਹਦੇ ਵਿੱਚ ਅਸੀਂ ਜ਼ਰੂਰ ਉਹਨਾਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਇੱਦਾਂ ਹੀ ਸਾਡੇ ਨਾਲ ਜਿਹੜਾ ਤਾਲਮੇਲ ਤੁਸੀਂ ਜੋੜ ਕੇ ਰੱਖੋ, ਬਣਾ ਕੇ ਰੱਖੋ ਜੀ। ਇਸੇ ਵਾਅਦੇ ਦੇ ਨਾਲ ਕਿ ਕੱਲ ਯਾਨੀ ਕਿ ਬੁੱਧਵਾਰ ਦੀ ਸਵੇਰੇ 8 ਵਜੇ ਹੋਏਗੀ ਆਪਣੀ ਫੇਰ ਮੁਲਾਕਾਤ ਬ੍ਰਾਈਟ ਵੇਜ਼ ਪ੍ਰੋਗਰਾਮ ਦੇ ਵਿੱਚ। ਆਪਣਾ ਧਿਆਨ ਰੱਖੋ ਜੀ, ਸਵਸਥ ਰਹੋ, ਮਸਤ ਰਹੋ, ਔਰ ਦੇਖਦੇ ਰਹੋ ਜੀ BTV। ਆਲਵੇਜ਼ ਬੀ ਪੋਜ਼ਿਟਿਵ, ਬੀ yourself।